सत श्री अकाल दोस्तों, नमस्कार एंड अ वेरी गुड इवनिंग टू ऑल ऑफ यू। तो सब तो पहला तो मैं चाहूँगा परमात्मा ਨੂੰ ਇਹ ਵਿਸ਼ ਕਰਨੀ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹੋ, ਤੁਸੀਂ ਤੰਦਰੁਸਤ ਰਹੋ, ਰਾਜੀ ਰਹੋ। और अपनी बारे थोड़ा जिहा ब्रीफ इंट्रोडक्शन मैं दे देना हैगा। मेरा नाम सतिंदरपाल सिंह तगड़, ये मेरे वाइफ ने। ਅਸੀਂ ਲੁਧਿਆਣੇ ਨੂੰ ਹੀ ਬਿਲੋਂਗ ਕਰਦੇ ਹੈਗੇ ਆ, ਲੇਕਿਨ ਸਾਡਾ ਜਿਹੜਾ ਨੇਟਿਵ ਵਿਲੇਜ ਹੈ ਜੱਦੀ ਪਿੰਡ ਹੈਗਾ, ਉਹ ਮਲੇਕੋਟਲਾ ਰੋਡ ਦੇ ਉੱਪਰ ਜਗੇੜਾ ਪਿੰਡ ਹੈ ਅਸੀਂ। ਲੇਕਿਨ ਸਾਨੂੰ ਜ਼ਿਆਦਾ ਉੱਥੇ ਰਹਿਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਮੇਰੇ ਫਾਦਰ ਇੰਡੀਅਨ 에ਅਰ ਫੋਰਸ ਦੇ ਵਿੱਚ ਸੀਗੇ ਤੇ ਜਿੱਥੇ ਜਿੱਥੇ ਉਹਨਾਂ ਦੀ ਪੋਸਟਿੰਗ ਹੋ ਜਾਂਦੀ ਸੀ ਕਿ ਅਸੀਂ ਪੂਰੇ ਇੰਡੀਆ ਦੇ ਵਿੱਚ ਹੀ ਘੁੰਮੀ ਗਏ। ਔਰ ਜਦੋਂ ਉਹ ਰਿਟਾਇਰ ਹੋ ਕੇ ਆਏ ਤਾਂ ਅਸੀਂ ਇੱਥੇ ਦੁਗਰੀ ਏਰੀਆ ਦੇ ਵਿੱਚ ਲੁਧਿਆਣੇ ਦੇ ਵਿੱਚ ਆ ਕੇ ਸੈਟਲ ਹੋ ਗਏ। ਦੋਸਤੋ, ਅੱਜ ਤੁਹਾਨੂੰ ਮਿਲ ਰਹੇ ਹੈਗੇ ਆ ਸਪੈਸ਼ਲੀ ਇੱਕ ਬਿਜ਼ਨਸ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਉਸ ਬਿਜ਼ਨਸ ਨੇ ਸਾਡੀ ਜ਼ਿੰਦਗੀ ਨੂੰ ਕੰਪਲੀਟਲੀ ਬਦਲ ਕੇ ਰੱਖ ਦਿੱਤਾ। ਦੋਸਤੋ, ਅਸੀਂ ਮਾਮੂਲੀ ਜਿਹੇ ਇਨਸਾਨ ਸੀਗੇ, ਲੇਕਿਨ ਇਸ ਬਿਜ਼ਨਸ ਦੇ ਜ਼ਰੀਏ ਸਾਨੂੰ ਆਰਡੀਨਰੀ ਤੋਂ ਜਿਹੜਾ ਹੈਗਾ ਉਹ ਐਕਸਟਰਾ ਆਰਡੀਨਰੀ ਬਣਾ ਦਿੱਤਾ। ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ, ਪਰ ਮੈਂ ਚਾਹੁੰਦਾ ਹੈਗਾ ਕਿ ਪਹਿਲੇ ਸੈਸ਼ਨ ਦੇ ਵਿੱਚ ਥੋੜੀ ਜੀ ਤੁਹਾਨੂੰ ਆਪਣੀ ਬੈਕਗ੍ਰਾਉਂਡ ਦਈਏ ਤਾਂ ਕਿ ਤੁਹਾਨੂੰ ਇਹ ਲੱਗੇ ਕਿ ਇਹ ਸਿੰਪਲ ਜਿਹਾ ਕਪਲ ਇਹ ਬਿਜ਼ਨਸ ਨੂੰ ਕਰ ਸਕਦਾ ਹੈ ਤਾਂ ਤੁਸੀਂ ਵੀ ਕਰ ਸਕਦੇ ਹੈਗੇ। ਮੈਂ ਚਾਹੂੰਗਾ ਕਿ ਮੇਰੇ ਵਾਈਫ ਜਿਨ੍ਹਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਇਸ ਬਿਜ਼ਨਸ ਨੂੰ ਬਿਲਡ ਕੀਤਾ ਹੈ, ਮੇਰੀ ਮਦਦ ਕੀਤੀ ਹੈ ਇਸ ਬਿਜ਼ਨਸ ਨੂੰ ਬਿਲਡ ਕਰਨ ਲਈ, ਤਾਂ ਉਹ ਆਪਣੇ ਬਾਰੇ ਤੇ ਸਾਰਾ ਕੁਝ ਦੱਸਣਗੇ। ਮੈਂ ਆਪਣੇ ਬਾਰੇ ਥੋੜੀ ਤੁਹਾਨੂੰ ਇੰਨੀ ਇੰਟਰੋਡਕਸ਼ਨ ਦੇ ਦਿੰਦਾ ਹੈਗਾ ਕਿ ਮੈਂ ਬੇਸਿਕਲੀ ਵੈਸੇ ਸਿਵਲ ਇੰਜੀਨੀਅਰ ਹੈਗਾ। ਮੈਂ ਇੰਜੀਨੀਅਰਿੰਗ ਕੀਤੀ ਸੀਗੀ ਸਿਵਲ ਦੇ ਵਿੱਚ, ਔਰ ਉਸ ਤੋਂ ਬਾਅਦ ਮੈਂ ਨੌਕਰੀ ਕੀਤੀ ਹੈਗੀ ਹੈ ਤਕਰੀਬਨ 4 ਸਾਲ ਪੰਜਾਬ ਗਵਰਨਮੈਂਟ ਦੇ ਵਿੱਚ, ਔਰ ਤਕਰੀਬਨ 20 ਸਾਲ ਮੈਂ ਨੌਕਰੀ ਕੀਤੀ ਹੈਗੀ ਹੈ ਸੈਂਟਰਲ ਗਵਰਨਮੈਂਟ ਦੇ ਵਿੱਚ MES ਨਾਮ ਦੇ ਡਿਪਾਰਟਮੈਂਟ ਦੇ ਵਿੱਚ, ਮਿਲਟਰੀ ਇੰਜੀਨੀਅਰਿੰਗ ਸਰਵਿਸਿਜ਼ ਦੇ ਵਿੱਚ। ਇਹ ਬਿਜ਼ਨਸ ਨੂੰ ਮੈਂ ਪਾਰਟ ਟਾਈਮ 'ਚ ਬਿਲਡ ਕੀਤਾ। ਮੈਂ ਸ਼ੁਰੂ ਕੀਤਾ ਸੀਗਾ 2000 ਦੇ ਵਿੱਚ, ਔਰ 2006 ਤੱਕ ਮੈਂ 6 ਸਾਲ ਇਸ ਬਿਜ਼ਨਸ ਨੂੰ ਨੌਕਰੀ ਦੇ ਨਾਲ ਕੀਤਾ। ਉਸ ਤੋਂ ਬਾਅਦ ਜਦੋਂ ਇਹ ਕੰਪਲੀਟਲੀ ਸੈੱਟ ਹੋ ਗਿਆ ਤਾਂ 2006 ਦੇ ਵਿੱਚ ਫਿਰ ਮੈਂ ਨੌਕਰੀ ਨੂੰ ਬਾਏ ਬਾਏ ਕਹਿ ਦਿੱਤੀ, ਔਰ ਅੱਜ ਤਕਰੀਬਨ 14 ਸਾਲ ਹੋ ਗਏ ਹੈਗੇ ਆ ਇਸ ਬਿਜ਼ਨਸ ਦੇ ਥਰੂ ਬਿਲਕੁਲ ਫ੍ਰੀ ਹੈਗੇ ਆ, ਲੇਕਿਨ ਫਰੀडम ਦੀ ਲਾਈਫ ਨੂੰ ਇੰਜੋਏ ਕਰ ਰਹੇ ਹੈਗੇ ਆ। ਔਰ ਜੋ ਪਹਿਲਾਂ ਸੈਲਰੀ ਵਗੈਰਾ ਲੈਂਦੇ ਸੀ ਉਹ ਤੋਂ ਕਿਤੇ ਜ਼ਿਆਦਾ ਪੈਸਾ ਵੀ ਹੈਗਾ ਔਰ ਟਾਈਮ ਵੀ ਬਹੁਤ ਜ਼ਿਆਦਾ ਹੈਗਾ। ਤਾਂ ਇਹ ਇੱਕ ਐਸਾ ਕਨਸੈਪਟ ਹੈ ਜਿਹਦੇ ਵਿੱਚ ਪੈਸਾ, ਟਾਈਮ, ਸਾਰੀਆਂ ਚੀਜ਼ਾਂ ਆਪਾਂ ਇਕੱਠੀਆਂ ਇੱਕ ਪਲੇਟਫਾਰਮ ਤੇ ਲੈ ਸਕਦੇ ਹਾਂ। ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ। ਤਾਂ ਮੈਂ ਚਾਹੂੰਗਾ ਕਿ ਸਭ ਤੋਂ ਪਹਿਲਾਂ ਮੇਰੀ ਵਾਈਫ ਆਪਣੀ ਥੋੜੀ ਜਿਹੀ ਬਰੀਫ ਇੰਟਰੋਡਕਸ਼ਨ ਦੇਣ ਐਂਡ ਦੈਨ ਅਗੇਨ ਆਈ ਵਿਲ ਕਮ। ਸੋ ਪਲੀਜ਼ ਹੈਲਪ ਮੀ ਵੈਲਕਮ ਮਾਈ ਬਿਊਟੀਫੁਲ ਵਾਈਫ ਪਰਮਿੰਦਰ। ਥੈਂਕ ਯੂ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮਾਈ ਸੈਲਫ ਪਰਮਿੰਦਰ, ਮੈਂ ਹਾਊਸ ਵਾਈਫ ਹਾਂ ਤੇ ਮੈਂ ਗ੍ਰੈਜੂਏਸ਼ਨ ਕੀਤੀ ਹੈ ਸਾਈਕੋਲੋਜੀ ਆਨਰ ਦੇ ਵਿੱਚ, ਤੇ ਮੈਂ ਪਟਿਆਲੇ GCW ਕਾਲਜ ਦੇ ਵਿੱਚ ਆਪਣੀ ਗ੍ਰੈਜੂਏਸ਼ਨ ਕੀਤੀ ਹੈ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਸੀਗੀ ਤੇ ਮੇਰੇ ਫਾਦਰ ਜੌਬ ਕਰਦੇ ਸੀਗੇ ਤੇ ਨਾਲੇ ਮੇਰੇ ਫਾਦਰ ਦੇ ਟ੍ਰੈਡੀਸ਼ਨਲ ਬਿਜ਼ਨਸ ਸੀਗੇ ਤੇ ਅਸੀਂ ਆਪਣੇ ਘਰ ਦੇ ਵਿੱਚ ਕਦੇ ਪੈਸੇ ਦੀ ਕਮੀ ਨਹੀਂ ਸੀ ਦੇਖੀ। ਪੈਸੇ ਦੀ ਕਮੀ ਕੀ ਹੁੰਦੀ ਹੈ, ਨਾ ਹੀ ਮੈਂ ਕਦੇ ਇਹ ਦੇਖਿਆ ਸੀ ਕਿ ਮੇਰੇ ਫਾਦਰ ਦੀ ਹਰ 3 ਸਾਲ ਬਾਅਦ ਟ੍ਰਾਂਸਫਰ ਹੋ ਜਾਂਦੀ ਹੈ, ਕਿਉਂਕਿ ਮੇਰੇ ਜਦੋਂ ਹੋਸ਼ ਤੇ ਸੰਭਾਲਿਆ ਤਾਂ ਮੇਰੇ ਫਾਦਰ ਪਟਿਆਲੇ ਦੇ ਵਿੱਚ ਜੌਬ ਕਰਦੇ ਸੀ। ਪਟਿਆਲੇ ਦੇ ਵਿੱਚ ਹੀ ਉਹਨਾਂ ਦੀ ਰਿਟਾਇਰਮੈਂਟ ਹੋ ਗਈ ਤੇ ਅਸੀਂ ਉੱਥੇ ਹੀ ਆਪਣੀ ਲਾਈਫ ਨੂੰ ਬਤੀਤ ਕੀਤਾ ਸੀਗਾ, ਹੈ ਨਾ। ਤੇ ਜਦੋਂ ਮੇਰੀ ਸਤਿੰਦਰ ਜੀ ਦੇ ਨਾਲ ਮੈਰਿਜ ਹੋ ਗਈ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਇਸ ਜੌਬ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਹੈ, ਕਿਉਂਕਿ ਹਰ 3 ਸਾਲ ਬਾਅਦ ਟ੍ਰਾਂਸਫਰ ਹੋ ਜਾਂਦੀ ਹੈ, ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣਾ ਪੈਂਦਾ ਹੈਗਾ, ਹੈ ਨਾ। ਤੇ ਇਸ ਤਰ੍ਹਾਂ ਸਾਡੀ ਲਾਈਫ ਸੀ। ਸਤਿੰਦਰ ਜੀ ਆਪਣੀ ਜੌਬ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਸੀਗੇ ਤੇ ਸਾਡੀ ਮੈਰਿਜ ਤੋਂ ਬਾਅਦ ਮੈਂ ਆਪਣੇ ਥੋੜ੍ਹੇ ਜਿਹੇ ਘਰ ਦੇ ਕੰਮਾਂ ਦੇ ਵਿੱਚ ਬਿਜ਼ੀ ਹੋ ਗਈ ਸੀਗੀ ਤੇ ਮੇਰੀ ਬੇਟੀ ਦਾ ਬਰਥ ਹੋਇਆ ਸੀ। ਮੇਰੀ ਬੇਟੀ ਬਹੁਤ ਛੋਟੀ ਸੀਗੀ ਤੇ ਬਸ ਮੈਂ ਉਹਦੇ ਨਾਲ ਆਪਣਾ ਟਾਈਮ ਸਪੈਂਡ ਕਰਦੀ ਹੁੰਦੀ ਸੀ, ਆਪਣੀ ਜੌਬ ਤੇ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਸੀਗੇ। ਤੇ 2000 ਦੇ ਵਿੱਚ ਸਾਨੂੰ ਇਹ MBA ਬਿਜ਼ਨਸ ਦੇਖਣ ਦਾ ਮੌਕਾ ਮਿਲਿਆ ਤੇ ਮੇਰੇ ਹਸਬੈਂਡ ਨੇ ਹੀ ਇਕੱਲਿਆਂ ਨੇ ਬਿਜ਼ਨਸ ਪਲਾਨ ਦੇਖਿਆ ਸੀਗਾ ਤੇ ਮੈਂ ਤਾਂ ਬਾਅਦ ਦੇ ਵਿੱਚ ਸਿਰਫ ਇਹਨਾਂ ਨੇ ਮੈਨੂੰ ਦੱਸਿਆ ਸੀ ਕਿ ਮੈਂ ਇੱਕ ਬਿਜ਼ਨਸ ਸਾਈਨ ਕੀਤਾ ਹੈਗਾ। ਮੈਨੂੰ ਲੱਗਿਆ ਕਿ ਇਹ ਬਿਜ਼ਨਸ ਵੀ ਮੇਰੇ ਹਸਬੈਂਡ ਕਰਨਗੇ। ਮੈਨੂੰ ਨਹੀਂ ਸੀ ਪਤਾ ਕਿ ਇਹਦੇ ਵਿੱਚ ਲੇਡੀਜ਼ ਦੀ ਇਨਵੋਲਵਮੈਂਟ ਵੀ ਚਾਹੀਦੀ ਹੈਗੀ। ਤੇ ਬਿਜ਼ਨਸ ਸਾਈਨ ਹੋ ਗਿਆ, ਕਿਟ ਸਾਡੇ ਘਰ ਦੇ ਵਿੱਚ ਆ ਗਏ ਤੇ ਪ੍ਰੋਡਕਟਸ ਦੇ ਬਾਰੇ ਮੈਨੂੰ ਪਤਾ ਸੀਗਾ ਵੀ MBA ਦੇ ਜਿਹੜੇ ਪ੍ਰੋਡਕਟਸ ਨੇ ਬਹੁਤ ਅੱਛੇ ਹੁੰਦੇ ਨੇ, ਬਟ ਮੈਨੂੰ ਬਿਜ਼ਨਸ ਬਾਰੇ ਨਹੀਂ ਸੀ ਪਤਾ ਕਿ MBA ਇੱਕ ਬਿਜ਼ਨਸ ਵੀ ਹੈ ਜਿਸ ਦੇ ਵਿੱਚ ਨੈਟਵਰਕਿੰਗ ਬਿਜ਼ਨਸ ਹੈ, ਜਿਸ ਨੂੰ ਬਿਲਡ ਕਰਕੇ ਪੈਸਾ ਵੀ ਆਉਂਦਾ ਹੈਗਾ। ਤੇ ਇਸੇ ਤਰ੍ਹਾਂ ਅਸੀਂ ਬਿਜ਼ਨਸ ਨੂੰ ਸਟਾਰਟ ਕੀਤਾ ਸੀਗਾ। ਤੇ ਮੇਰੀ ਅਪਲਾਈਨ ਮੈਨੂੰ ਬਹੁਤ ਵਾਰ ਸੈਮੀਨਾਰ ਤੇ ਜਾਂ ਮੀਟਿੰਗ ਤੇ ਬੁਲਾਉਂਦੀ ਸੀ, ਮੈਂ ਕਦੇ ਵੀ ਉਹਨਾਂ ਦੀ ਗੱਲ ਨਹੀਂ ਸੀ ਸੁਣੀ, ਨਜ਼ਰਅੰਦਾਜ਼ ਕਰਦੀ ਸੀ ਕਿਉਂਕਿ ਮੈਨੂੰ ਕੁਝ ਪਤਾ ਨਹੀਂ ਸੀਗਾ ਬਿਜ਼ਨਸ ਦੇ ਬਾਰੇ। ਮੇਰਾ ਬੱਚੀ ਛੋਟੀ ਸੀਗੀ
ਮੇਰੀ ਬੱਚੀ ਉਸ ਟਾਈਮ 2nd ਕਲਾਸ ਦੇ ਵਿੱਚ ਪੜ੍ਹਦੀ ਸੀਗੀ ਤੇ ਉਹ ਅਸੀਂ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਤੇ ਮੈਨੂੰ ਇੰਨਾ ਕੋਈ ਖਾਸ ਇੰਟਰਸਟ ਨਹੀਂ ਸੀ ਲੱਗਿਆ ਕਿ ਮੈਂ ਬਿਜ਼ਨਸ ਮੀਟਿੰਗ ਤੇ ਜਾਵਾਂ। ਬਟ ਉਹਨਾਂ ਦੇ ਕਹਿਣ ਤੋਂ ਬਾਅਦ, ਬੜਾ ਕਹਿਣ ਤੇ ਬਾਅਦ ਮੈਂ ਇੱਕ ਸੈਮੀਨਾਰ ਦੇਖਣ ਗਈ। ਸੈਮੀਨਾਰ ਜਦੋਂ ਮੈਂ ਦੇਖਣ ਗਈ ਚੰਡੀਗੜ੍ਹ ਦੇ ਵਿੱਚ 7 ਅਪ੍ਰੈਲ 2000 ਦੇ ਵਿੱਚ, ਤਾਂ ਜਦੋਂ ਮੈਂ ਸੈਮੀਨਾਰ ਦੇਖਣ ਗਈ ਤਾਂ ਮੈਨੂੰ ਉੱਥੇ ਦਾ ਇਨਵਾਇਰਨਮੈਂਟ ਬਹੁਤ ਅੱਛਾ ਲੱਗਿਆ। ਤੇ ਜਦੋਂ ਮੈਨੂੰ ਇਨਵਾਇਰਨਮੈਂਟ ਅੱਛਾ ਲੱਗਿਆ, ਸਾਰੇ ਲੋਕ ਬਹੁਤ ਐਕਸਾਈਟਿਡ ਸੀਗੇ, ਲੇਡੀਜ਼ ਬਹੁਤ ਐਕਸਾਈਟਿਡ ਸੀਗੀਆਂ ਤੇ ਸਟੇਜ ਤੇ ਉਹਨਾਂ ਦੀ ਰੈਕੋਗਨੀਸ਼ਨ ਕੀਤੀ ਗਈ ਤੇ ਬੜਾ ਅੱਛਾ ਲੱਗਿਆ ਮੈਨੂੰ। ਤਾਂ ਮੈਨੂੰ ਲੱਗਿਆ ਕਿ ਸ਼ਾਇਦ ਇਹਦੇ ਵਿੱਚ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ ਅਸੀਂ ਉਹ ਸੈਮੀਨਾਰ ਦੇਖ ਕੇ ਲੁਧਿਆਣੇ ਵਾਪਸ ਆਏ ਤੇ ਅਸੀਂ ਆਪਣੀ ਅਪਲਾਈਨ ਕੋਲ ਜਾ ਕੇ ਬੈਠੇ ਤੇ ਆਪਣੀ ਅਪਲਾਈਨ ਨੂੰ ਪੁੱਛਿਆ। ਸਾਡੀ ਅਪਲਾਈਨ ਮਿਸਟਰ ਬਿਮਲ ਐਂਡ ਵਨੀਤਾ ਜੈਨ ਨੇ, ਮੈਂ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਇਸ ਬਿਜ਼ਨਸ ਦੇ ਵਿੱਚ ਕੀ ਕਰਨਾ ਪਊਗਾ। ਮਿਸਿਸ ਜੈਨ ਨੇ ਮੈਨੂੰ ਇੱਕੋ ਹੀ ਗੱਲ ਕਹੀ ਸੀ ਕਿ ਪਰਮਿੰਦਰ, ਇਹਦੇ ਵਿੱਚ ਤੈਨੂੰ 100% ਐਵੇਂ ਦੇ ਪ੍ਰੋਡਕਟ ਯੂਜ਼ ਕਰਨੇ ਪੈਣਗੇ ਤੇ ਤੈਨੂੰ ਕੋਈ ਵੀ ਮੀਟਿੰਗ ਮਿਸ ਨਹੀਂ ਕਰਨੀ ਤੂੰ, ਅਗਰ ਤੂੰ ਇਸ ਬਿਜ਼ਨਸ ਦੇ ਵਿੱਚ ਆਪਣੇ ਸੁਪਨੇ ਹਾਸਲ ਕਰਨਾ ਚਾਹੁੰਦੀ ਹੈ। ਤਾਂ ਮੈਂ ਉਸ ਦਿਨ ਤੋਂ ਬਾਅਦ ਅੱਜ ਤੱਕ ਕੋਈ ਮੀਟਿੰਗ ਨੂੰ ਵੀ ਮਿਸ ਨਹੀਂ ਕੀਤਾ, ਹਰ ਮੀਟਿੰਗ ਤੇ ਜਾਂਦੀ ਸੀ, 100% ਪ੍ਰੋਡਕਟ ਯੂਜ਼ ਕਰਦੀ ਸੀਗੀ। ਤੇ ਉਹਨਾਂ ਦੀਆਂ ਗੱਲਾਂ ਵੱਲ ਹਮੇਸ਼ਾ ਧਿਆਨ ਰੱਖਦੇ ਹੋਏ ਮੈਂ ਇਹ ਦੇਖਿਆ ਕਿ ਜਿਵੇਂ ਜਿਵੇਂ ਸਾਡੀ ਅਪਲਾਈਨ ਸਾਨੂੰ ਕਹਿ ਰਹੀ ਸੀ, ਉਸੇ ਤਰ੍ਹਾਂ ਅਸੀਂ ਬਿਜ਼ਨਸ ਨੂੰ ਬਿਲਡ ਕੀਤਾ ਤੇ ਇਸ ਬਿਜ਼ਨਸ ਦੇ ਵਿੱਚ ਅਸੀਂ ਬਹੁਤ ਸਾਰੇ ਰਿਵਾਰਡ ਨੂੰ ਹਾਸਲ ਕੀਤਾ। ਐਜ਼ ਏ ਲੇਡੀ ਮੈਂ ਬਹੁਤ ਸਾਰੇ ਸੁਪਨੇ ਲੈ ਕੇ ਇਸ ਬਿਜ਼ਨਸ ਦੇ ਵਿੱਚ ਆਈ ਸੀਗੀ। ਤਾਂ ਮੇਰਾ ਪਹਿਲਾ ਸੁਪਨਾ ਤਾਂ ਇਹੀ ਸੀਗਾ ਕਿ ਮੈਨੂੰ ਆਪਣੇ ਹਸਬੈਂਡ ਦਾ ਟਾਈਮ ਮਿਲੇ, ਕਿਉਂਕਿ ਹਸਬੈਂਡ ਆਪਣੀ ਜੌਬ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਸੀ ਤੇ ਫੈਮਿਲੀ ਨੂੰ ਟਾਈਮ ਨਹੀਂ ਸੀ ਦੇ ਸਕਦੇ ਹੈਗੇ। ਤੇ ਮੈਨੂੰ ਅੱਛਾ ਨਹੀਂ ਸੀ ਲੱਗਦਾ ਕਿ ਕੋਈ ਤਿਉਹਾਰ ਹੈ, ਕੋਈ ਸੰਡੇ ਹੈ ਤਾਂ ਮੇਰੇ ਹਸਬੈਂਡ 365 ਦਿਨ ਆਫਿਸ ਜਾਂਦੇ ਹੁੰਦੇ ਸੀਗੇ, ਹੈ ਨਾ। ਮੈਨੂੰ ਇਹਨਾਂ ਦਾ ਟਾਈਮ ਦੀ ਕਿੱਲਤ ਮਹਿਸੂਸ ਹੋਈ। ਮੈਨੂੰ ਲੱਗਿਆ ਕਿ ਇਹ ਬਿਜ਼ਨਸ ਸਾਨੂੰ ਟਾਈਮ ਦੇ ਸਕਦਾ ਹੈ। ਸੈਕਿੰਡ ਚੀਜ਼ ਮੈਨੂੰ ਲੱਗੀ ਕਿ ਇਸ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਅਸੀਂ ਪ੍ਰਾਪਤ ਕਰ ਸਕਦੇ ਹਾਂਗੇ। ਦੇਖੋ, ਪੈਸੇ ਦੇ ਨਾਲ ਹੀ ਸਾਡੇ ਸਾਰੇ ਸੁਪਨੇ ਪੂਰੇ ਹੁੰਦੇ ਨੇ। ਚਾਹੇ ਲੇਡੀਜ਼ ਨੂੰ ਅੱਛਾ ਘਰ ਚਾਹੀਦਾ ਹੈ, ਚਾਹੇ ਬੱਚਿਆਂ ਵਾਸਤੇ ਅੱਛੀ ਐਜੂਕੇਸ਼ਨ ਚਾਹੀਦੀ ਹੈ, ਚਾਹੇ ਆਪਣੇ ਵਾਸਤੇ ਅੱਛਾ ਕੋਈ ਸੂਟ ਚਾਹੀਦਾ ਹੈ, ਕੋਈ ਅੱਛੀ ਜੁਐਲਰੀ ਚਾਹੀਦੀ ਹੈ, ਜਾਂ ਤੁਸੀਂ ਘਰ ਦੇ ਵਿੱਚ ਕੋਈ ਵੀ ਅੱਛੀ ਤੋਂ ਅੱਛੀ ਚੀਜ਼ ਲੈ ਕੇ ਆਉਣਾ ਚਾਹੁੰਦੇ ਹੋ, ਉਸਦੇ ਵਾਸਤੇ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ। ਪੈਸਾ ਵੀ ਇਸ ਤਰ੍ਹਾਂ ਦਾ ਹੋਵੇ ਕਿ ਤੁਹਾਨੂੰ ਜੋ ਵੀ ਚੀਜ਼ ਤੁਸੀਂ ਖਰੀਦੋ, ਤੁਹਾਨੂੰ ਪ੍ਰਾਈਸ ਟੈਗ ਨਾਲ ਦੇਖਣੀ ਪਵੇ ਕਿ ਇਹ ਚੀਜ਼ ਇੰਨੀ ਮਹਿੰਗੀ, ਜਦੋਂ ਤੁਹਾਡਾ ਦਿਲ ਕੀਤਾ ਤੁਸੀਂ ਉਸ ਚੀਜ਼ ਨੂੰ ਖਰੀਦ ਸਕੋ। ਨੇਮ ਫੇਮ ਮਿਲਿਆ, ਐਜ਼ ਏ ਲੇਡੀ ਮੈਨੂੰ ਆਪਣਾ ਨੇਮ ਫੇਮ ਮਿਲਿਆ, ਰੈਕੋਗਨੀਸ਼ਨ ਮਿਲੀ ਤੇ ਹਰ ਸਾਲ ਅਸੀਂ ਫੋਰਨ ਜਾਂਦੇ ਹੈਗੇ ਹਨ। ਮਨਮਰਜ਼ੀ ਦੀ ਜ਼ਿੰਦਗੀ ਜੋ ਇਸ ਬਿਜ਼ਨਸ ਦੇ ਵਿੱਚ ਹੀ ਪ੍ਰਾਪਤ ਹੋ ਸਕਦੀ ਹੈ, ਕਿਸੇ ਹੋਰ ਜਗ੍ਹਾ ਤੋਂ ਨਹੀਂ ਮਿਲ ਸਕਦੀ ਹੈਗੀ। ਹਾਂ, ਇਸ ਦੇ ਵਿੱਚ ਤੁਹਾਨੂੰ ਮਿਹਨਤ ਕਰਨੀ ਪਊਗੀ ਤਾਂ ਹੀ ਤੁਹਾਨੂੰ ਇਹ ਸਭ ਚੀਜ਼ਾਂ ਮਿਲ ਸਕਦੀਆਂ ਨੇ। ਅਸੀਂ ਵੀ ਇਸ ਬਿਜ਼ਨਸ ਦੇ ਵਿੱਚ ਆ ਕੇ ਮਿਹਨਤ ਕੀਤੀ, ਆਪਣੇ ਜੋ ਵੀ ਇਸ ਬਿਜ਼ਨਸ ਦੇ ਰਿਵਾਰਡ ਸੀ ਸਭ ਨੂੰ ਇੰਜੋਏ ਕਰ ਰਹੇ ਹਾਂ। ਲਾਈਫ ਬਹੁਤ ਅੱਛੀ ਹੋ ਚੁੱਕੀ ਹੈਗੀ। ਸਾਡੀ ਬੇਟੀ, ਜਦੋਂ ਅਸੀਂ ਬਿਜ਼ਨਸ ਨੂੰ ਸਟਾਰਟ ਕੀਤਾ ਸੀ, ਸਾਡੀ ਬੇਟੀ 2nd ਕਲਾਸ ਦੇ ਵਿੱਚ ਪੜ੍ਹਦੀ ਹੁੰਦੀ ਸੀ, ਹੈ ਨਾ। ਉਹਦਾ ਨਾਮ ਹਰਮਨ ਹੈ ਤੇ ਅੱਜ ਉਹਦੀ ਮੈਰਿਜ ਹੋ ਚੁੱਕੀ ਹੈ। ਉਹ ਡਾਈਟੀਸ਼ੀਅਨ ਹੈਗੀ ਤੇ ਉਹਦੀ ਮੈਰਿਜ ਅਸੀਂ ਬੜੀ ਧੂਮਧਾਮ ਨਾਲ ਕੀਤੀ। ਅਗਰ ਮੇਰੇ ਹਸਬੈਂਡ ਆਪਣੇ ਆਫਿਸ ਦੇ ਵਿੱਚ ਚੀਫ ਇੰਜੀਨੀਅਰ ਵੀ ਬਣ ਜਾਂਦੇ, ਸਾਨੂੰ ਇਸ ਤਰ੍ਹਾਂ ਦਾ ਲਾਈਫ ਸਟਾਈਲ ਨਹੀਂ ਸੀ ਦੇ ਸਕਦੇ ਜੋ ਇਸ ਬਿਜ਼ਨਸ ਨੇ ਸਾਨੂੰ ਦਿੱਤਾ ਹੈ। ਵੰਡਰਫੁਲ ਬਿਜ਼ਨਸ ਹੈ, ਇਸ ਨੂੰ ਪੈਸ਼ਨ ਨਾਲ ਬਿਲਡ ਕਰੋ। ਇਸ ਬਿਜ਼ਨਸ ਦੇ ਵਿੱਚ ਲੇਡੀਜ਼ ਆਪਣਾ ਹਰ ਸੁਪਨਾ ਪੂਰਾ ਕਰ ਸਕਦੀਆਂ ਨੇ। ਜੋ ਵੀ ਉਹਨਾਂ ਦੇ ਦਿਲ ਦੇ ਵਿੱਚ ਖੁਆਇਸ਼ਾਂ ਨੇ, ਤਮੰਨਾ ਨੇ, ਸਾਰੀਆਂ ਇਸ ਬਿਜ਼ਨਸ 'ਚੋਂ ਪ੍ਰਾਪਤ ਕਰ ਸਕਦੀਆਂ। ਥੈਂਕ ਯੂ ਵੈਰੀ ਮਚ। ਔਸਮ। ਦੋਸਤੋ, ਮੈਂ ਆਪਣੇ ਬਾਰੇ ਦੱਸਾਂ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਫਾਦਰ 에ਅਰਫੋਰਸ ਦੇ ਵਿੱਚ ਸੀਗੇ ਤੇ ਉਹਨਾਂ ਦੀ ਟ੍ਰਾਂਸਫਰ ਹੋ ਜਾਂਦੀ ਸੀ, ਇਸ ਕਰਕੇ ਜਿਹੜੀ ਪੜ੍ਹਾਈ ਲਿਖਾਈ ਸਾਡੀ ਹੋਈ ਹੈ ਉਹ ਕੇਂਦਰ ਵਿਦਿਆਲਿਆ ਸੈਂਟਰਲ ਸਕੂਲ ਦੇ ਵਿੱਚ ਹੋਈ ਹੈ। ਜਗ੍ਹਾ ਜਗ੍ਹਾ ਹਰ ਸ਼ਹਿਰ ਦੇ ਵਿੱਚ ਅਸੀਂ 2-3 ਸਾਲ ਬਾਅਦ ਚਲੇ ਜਾਂਦੇ ਸੀਗੇ ਤੇ ਕੋਈ ਕਲਾਸ ਕਿਤੇ ਕੀਤੀ, ਕੋਈ ਕਲਾਸ ਕਿਤੇ ਕੀਤੀ। ਇੰਜੀਨੀਅਰਿੰਗ ਮੈਂ ਜਿਹੜੀ ਸੀਗੀ ਉਹ ਭੋਪਾਲ ਦੇ ਵਿੱਚ ਕੀਤੀ ਔਰ ਉਸ ਤੋਂ ਬਾਅਦ ਮੇਰੀ ਜਿਹੜੀ ਪਹਿਲੀ ਜੌਬ ਲੱਗੀ ਸੀਗੀ ਪੰਜਾਬ PWD ਦੇ ਵਿੱਚ, ਮੈਂ ਲੁਧਿਆਣੇ ਦੇ ਵਿੱਚ ਜੌਬ ਕਰ ਰਿਹਾ ਸੀਗਾ। ਲੁਧਿਆਣੇ ਦੇ ਵਿੱਚ ਮੈਂ ਤਕਰੀਬਨ 4 ਸਾਲ ਨੌਕਰੀ ਕੀਤੀ ਔਰ ਮੇਰੀ ਮਤਲਬ ਅਪਾਇੰਟਮੈਂਟ ਜਿਹੜੀ ਹੈ ਉਹ MES ਦੇ ਵਿੱਚ ਹੋ ਗਈ ਤੇ ਮੇਰੀ ਪਹਿਲੀ ਟ੍ਰਾਂਸਫਰ ਸੀ ਜਿਹੜੀ ਉਹ ਪਟਿਆਲਾ ਸੀਗੀ। ਪਟਿਆਲੇ ਤੋਂ ਬਾਅਦ ਮੈਂ ਹਿਸਾਰ ਵੀ ਰਿਹਾ ਥੋੜੀ ਦੇਰ ਹਰਿਆਣਾ ਦੇ ਵਿੱਚ ਔਰ ਹਿਸਾਰ ਤੋਂ ਮੈਨੂੰ ਚੁਆਇਸ ਟ੍ਰਾਂਸਫਰ ਮਿਲ ਗਈ ਸੀ ਕਿ ਮੈਂ ਲੁਧਿਆਣੇ ਆ ਗਿਆ ਸੀ। तो लुधियाने आके मैं देखा दोस्तों कि लुधियाना एक ऐसा शहर है जिथे कि मैनचेस्टर ऑफ पंजाब कहा जाता है। लोगों को पैसा भी अच्छा है और लाइफस्टाइल भी अच्छा है, थोड़ा वेस्टर्न काइंड ऑफ लाइफस्टाइल है। मैं देखा लोग शामां नूं जाके जो है वो रेस्टोरेंट दे विच खांदे पींदे है, फन करते है और रज के कमाते भी है ते बड़ी अच्छी गड्डियां जिहड़ियां हैगियां वो ड्राइव करते हैं वो। लेकिन मैं उस टाइम के उपर क्योंकि जॉब के विच सीगा, जॉब क्लास फैमिली सो सीगा, मेरे फादर भी जॉब के विच सीगे
ਓਨੈਸਟਲੀ ਮੈਂ ਤੁਹਾਨੂੰ ਕਹਾਂ ਤਾਂ ਸੁਪਨੇ ਤਾਂ ਬਹੁਤ ਵੱਡੇ ਸੀਗੇ ਲੇਕਿਨ ਪੈਸਾ ਨਹੀਂ ਸੀਗਾ। ਤੇ ਆਈ ਵਾਸ ਲੁਕਿੰਗ ਫॉर ਸਮਥਿੰਗ ਕਿ ਯਾਰ ਕੁਝ ਤਾਂ ਐਸਾ ਕੰਮ ਮਿਲੇ ਜਿਹੜਾ ਕਿ ਮੈਂ ਨੌਕਰੀ ਦੇ ਨਾਲ ਨਾਲ ਕਰ ਸਕਾਂ। ਮੈਂ ਥੋੜੇ ਜਿਹੇ ਪੰਗੇ ਲਏ ਵੀ, ਮੈਂ ਨੌਕਰੀ ਤੋਂ ਇਲਾਵਾ ਕੁਝ ਕਰਨ ਦੀ ਸੋਚੀ ਵੀ, ਲੇਕਿਨ ਕਾਮਯਾਬ ਨਹੀਂ ਹੋ ਪਾਏ, ਜਾਂ ਐ ਕਹਿ ਲਓ ਕਿ ਉਹਦੇ ਨਾਲ ਵੀ ਕੋਈ ਜ਼ਿਆਦਾ ਸੁਪਨੇ ਪੂਰੇ ਕਰਨ ਵਾਲੀ ਗੱਲ ਨਹੀਂ ਸੀਗੀ। ਰਾਦਰ ਉਹਦੇ ਨਾਲ ਮੇਰੇ ਕੋਲੇ ਟਾਈਮ ਦੀ ਕਮੀ ਹੋ ਗਈ। ਪਹਿਲਾਂ ਮੈਂ ਨੌਕਰੀ ਕਰਦਾ ਸੀਗਾ, ਉਸ ਤੋਂ ਬਾਅਦ ਮੈਂ ਕੁਝ ਵੈਲਿਊਏਸ਼ਨ ਵਗੈਰਾ ਦਾ ਐਸਟੀਮੇਸ਼ਨ ਦਾ ਕੰਮ ਸ਼ੁਰੂ ਕੀਤਾ ਸੀ ਠੇਕੇਦਾਰਾਂ ਨਾਲ ਮਿਲ ਕੇ। ਸਾਡੇ ਸਿਵਲ ਇੰਜੀਨੀਅਰਿੰਗ ਨਾਲ ਹੀ ਮਤਲਬ ਰਿਲੇਟਡ ਹੀ ਆ ਕੰਮ ਸੀਗਾ। ਲੇਕਿਨ ਉਹਦੇ ਨਾਲ ਕੀ ਹੁੰਦਾ ਸੀ ਕਿ ਮੈਂ ਸੰਡੇ ਨੂੰ ਵੀ ਕੰਮ ਤੇ ਚਲਾ ਜਾਂਦਾ ਸੀਗਾ, 4 ਪੈਸੇ ਤਾਂ ਆ ਜਾਂਦੇ ਸੀਗੇ, ਲੇਕਿਨ ਫੈਮਿਲੀ ਵਾਸਤੇ ਟਾਈਮ ਨਹੀਂ ਰਹਿੰਦਾ ਸੀਗਾ। ਮੈਂ ਕਿਹਾ ਜ਼ਿੰਦਗੀ ਕਾਹਦੀ ਹੈ, ਪੈਸੇ ਕਮਾਉਣ ਦਾ ਫਾਇਦਾ ਕੀ ਹੈ ਜੇ ਤੁਹਾਡੇ ਕੋਲੇ ਟਾਈਮ ਹੀ ਨਹੀਂ ਹੈਗਾ। ਤਾਂ ਐਸੀ ਉਧੇੜਪੁਣ ਦੇ ਵਿੱਚ ਮਤਲਬ ਇਹ ਸਮਝ ਨਹੀਂ ਆ ਰਿਹਾ ਸੀਗਾ ਕਿ ਜ਼ਿੰਦਗੀ ਦੇ ਵਿੱਚ ਕੀ ਕਰੀਏ, ਕਿਵੇਂ ਅੱਗੇ ਵਧੀਏ। ਉਹ ਕਹਿੰਦੇ ਆ ਨਾ ਕਿ ਜਦੋਂ ਕਿਸੇ ਚੀਜ਼ ਨੂੰ ਤੁਸੀਂ ਸ਼ਿੱਦਤ ਨਾਲ ਚਾਹੋ ਤਾਂ ਪਰਮਾਤਮਾ ਵੀ ਤੁਹਾਡੀ ਹੈਲਪ ਕਰਦਾ ਹੈ। ਹੋਇਆ ਕਿ ਇੱਕ ਦਿਨ ਮੇਰਾ ਰੂਟੀਨ ਮੈਂ ਦੱਸਦਾ ਤੁਹਾਨੂੰ, ਜੌਬ ਦੇ ਵਿੱਚ ਇਹ ਹੁੰਦਾ ਸੀਗਾ ਕਿ ਮੈਂ 8-8:30 ਵਜੇ ਕੰਮ ਤੇ ਚਲਾ ਜਾਂਦਾ ਸੀ। ਆਉਣ ਦਾ ਕੋਈ ਟਾਈਮ ਨਹੀਂ ਹੁੰਦਾ ਸੀ, ਕਈ ਵਾਰੀ 7-8 ਵਜੇ ਵੀ ਆ ਜਾਂਦਾ ਸੀਗਾ, ਪਰ ਨਾਰਮਲੀ ਲੇਟ ਹੀ ਹੋ ਜਾਂਦੇ ਸੀਗੇ ਕਿਉਂਕਿ ਕੰਸਟਰਕਸ਼ਨ ਵਰਕ ਸੀਗਾ। ਫਿਰ ਉਸ ਤੋਂ ਬਾਅਦ ਆਫਿਸ ਵਰਕ ਵੀ ਹੁੰਦਾ ਸੀਗਾ ਕਾਫੀ, ਤੇ ਸੰਡੇ ਨੂੰ ਵੀ ਕੰਮ ਤੇ ਜਾਣਾ ਪੈਂਦਾ। 365 ਦਿਨ ਦੀ ਨੌਕਰੀ ਸੀ। ਹੋਇਆ ਕਿ ਮੇਰੇ ਇੱਕ ਕੁਲੀਗ ਸੀਗੇ, ਅਸੀਂ ਦੋਨਾਂ ਦੀ ਇੱਕੋ ਦਿਨ ਦੀ ਅਪਾਇੰਟਮੈਂਟ ਹੈ, ਮਿਸਟਰ ਜਤਿੰਦਰ ਜੈਨ। ਉਹਨਾਂ ਨੇ ਬੜੇ ਬ੍ਰਦਰ ਨੇ ਮਿਸਟਰ ਬਿਮਲ ਜੈਨ, ਜਿਹੜੇ ਕਿ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਉਸ ਟਾਈਮ ਤੇ ਮੈਨੇਜਰ ਹੁੰਦੇ ਸੀਗੇ। ਉਹਨਾਂ ਨੇ ਕਿਤੇ ਬਿਜ਼ਨਸ ਸਟਾਰਟ ਕੀਤਾ। ਉਹਨਾਂ ਨੇ ਮੈਨੂੰ ਕਾਲਿੰਗ ਕਰਨੀ ਸ਼ੁਰੂ ਕੀਤੀ ਕਿ ਤੁਸੀਂ ਮਤਲਬ, ਮੈਂ ਸਤਿੰਦਰ ਨੂੰ ਵੀ ਇਸ ਬਿਜ਼ਨਸ ਬਾਰੇ ਦੱਸਿਆ ਆਪਣੇ ਛੋਟੇ ਭਰਾ ਤੋਂ ਰੈਫਰੈਂਸ ਲੈ ਕੇ। ਲੇਕਿਨ ਮੈਂ ਇੰਨਾ ਬਿਜ਼ੀ ਹੁੰਦਾ ਸੀਗਾ ਕਿ ਉਸ ਟਾਈਮ ਤੇ ਮੋਬਾਈਲ ਤਾਂ ਹੁੰਦੇ ਨਹੀਂ ਸੀਗੇ, ਲੈਂਡਲਾਈਨ ਹੁੰਦੇ ਸੀਗੇ। ਉਹ ਲੈਂਡਲਾਈਨ ਤੇ ਕਾਲ ਕਰਦੇ, ਮੇਰੀ ਵਾਈਫ ਚੱਕ ਲੈਂਦੇ ਤੇ ਉਹ ਵਾਈਫ ਨੂੰ ਪੁੱਛਦੇ ਮੈਂ ਸਤਿੰਦਰ ਨਾਲ ਗੱਲ ਕਰਨਾ ਚਾਹੁੰਦਾ, ਔਰ ਮੈਂ ਬਿਜ਼ੀ ਹੁੰਦਾ ਸੀ। ਜਦੋਂ ਮੈਂ ਘਰ ਆਉਂਦਾ ਸੀਗਾ, ਵਾਈਫ ਕਹਿੰਦੇ ਸੀਗੇ ਤੁਸੀਂ ਜੈਨ ਸਾਹਿਬ ਨਾਲ ਗੱਲ ਕਰ ਲਓ, ਤੇ ਮੈਂ ਗੱਲ ਕਰਦਾ ਨਹੀਂ ਸੀਗਾ। ਅਸੀਂ ਕਾਫੀ ਹਫ਼ਤੇ ਨਿਕਲ ਗਏ ਤੇ ਇੱਕ ਦਿਨ ਸ਼ਾਇਦ ਕਿਸਮਤ ਬਦਲਣੀ ਸੀ ਕਿ ਸਵੇਰੇ ਸੰਡੇ ਦਾ ਦਿਨ ਸੀਗਾ ਤੇ ਮੈਂ ਘਰ ਸੀਗਾ। ਕਿਉਂ ਘਰ ਸੀਗਾ ਉਸ ਦਿਨ? ਕਿਉਂਕਿ ਸਾਡੇ ਘਰੇ ਕੋਈ ਫੈਮਿਲੀ ਫੰਕਸ਼ਨ ਸੀਗਾ, ਅਸੀਂ ਸਾਰੀ ਫੈਮਿਲੀ ਨੇ ਉੱਥੇ ਜਾਣਾ ਸੀ। 11 ਵਜੇ ਦੀ ਗੱਲ ਹੋਣੀ, ਮੈਂ ਫੋਨ ਚੱਕ ਲਿਆ। ਜੈਨ ਸਾਹਿਬ ਕਹਿੰਦੇ ਕਿ ਯਾਰ ਮੈਂ ਇੰਨੇ ਦਿਨ ਦਾ ਤੈਨੂੰ ਟਰਾਈ ਕਰ ਰਿਹਾ, ਆਈ ਵਾਂਟ ਟੂ ਟੈਲ ਯੂ ਸਮਥਿੰਗ ਅਬਾਊਟ ਅ ਬਿਜ਼ਨਸ। ਇੱਦਾਂ ਕਰਕੇ ਪਾਰਟ ਟਾਈਮ ਦੇ ਵਿੱਚ ਕੀਤਾ ਜਾ ਸਕਦਾ, ਬਿਨਾਂ ਇਨਵੈਸਟਮੈਂਟ ਤੋਂ ਹੁੰਦਾ ਹੈ, ਅੱਛੇ ਪੈਸੇ ਕਮਾਏ ਜਾ ਸਕਦੇ ਜਦੋਂ ਕਿਸਮਤ ਬਦਲਣੀ ਹੁੰਦੀ ਹੈ। ਮੈਂ ਕਿਹਾ ਜੀ ਅਗਰ ਮੈਂ ਮਨ ਸੋਚਿਆ ਕਿ ਇੱਕ ਸਕਸੈਸਫੁਲ ਬੰਦਾ, ਜੈਨ ਸਾਹਿਬ ਦੀ ਅੱਛੀ ਖਾਸੀ ਡਿਗਰੀਆਂ ਨੇ, ਪੰਜਾਬ ਨੈਸ਼ਨਲ ਬੈਂਕ 'ਚ ਮੈਨੇਜਰ ਹੁੰਦੇ ਸੀਗੇ, ਮੈਂ ਕਿਹਾ ਪਾਰਟ ਟਾਈਮ ਦੇ ਵਿੱਚ ਕੁਝ ਕਰ ਰਹੇ ਨੇ ਤੇ ਮੈਨੂੰ ਤਾਂ ਲੋੜ ਹੈਗੀ, ਮੈਂ ਤਾਂ ਆਪ ਲੱਭ ਰਿਹਾ ਕੁਝ ਨਾ ਕੁਝ। ਮੈਂ ਕਿਹਾ ਜੀ ਦੱਸੋ ਕੀ ਹੈ? ਕਹਿੰਦੇ ਜੀ ਤੈਨੂੰ ਆ ਜਾ ਫਿਰ ਤੂੰ। ਮੈਂ ਕਿਹਾ ਜੀ ਅੱਜ ਤਾਂ ਅਸੀਂ ਕਿਤੇ ਜਾਣਾ ਹੈ, ਕਿਸੇ ਫੰਕਸ਼ਨ ਤੇ ਜਾਣਾ ਹੈ। ਕਹਿੰਦੇ ਕਿੰਨੇ ਵਜੇ ਜਾਣਾ ਹੈ? ਮੈਂ ਕਿਹਾ ਇੰਨੇ ਵਜੇ ਜਾਣਾ। ਕਹਿੰਦੇ ਉਸ ਤੋਂ ਪਹਿਲਾਂ ਆ ਜਾ। ਤੇ ਮੈਂ ਤੇ ਮੇਰੇ ਵਾਈਫ ਉਹਨਾਂ ਦੇ ਘਰ ਚਲੇ ਗਏ। ਘਰ ਜਾ ਕੇ ਜਦੋਂ ਬੈਠੇ ਤਾਂ ਉਹਨਾਂ ਨੇ ਥੋੜਾ ਬਹੁਤਾ ਇਸ ਬਿਜ਼ਨਸ ਦੀ ਰੂਪਰੇਖਾ ਜੀ ਦਿੱਤੀ, ਡ੍ਰੀਮਸ ਦੀਆਂ ਗੱਲਾਂ ਕੀਤੀਆਂ, ਚੰਗਾ ਲੱਗਿਆ ਮੈਨੂੰ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅੱਜ ਸ਼ਾਮ ਨੂੰ ਇੱਕ ਮੀਟਿੰਗ ਹੈ, ਕਿਉਂਕਿ ਉਦੋਂ ਸੰਡੇ ਸੀਗਾ, ਤੂੰ ਮੀਟਿੰਗ ਜੁਆਇਨ ਕਰ ਸਕਦਾ ਤਾਂ ਬਹੁਤ ਵਧੀਆ ਰਹੇਗਾ। ਤਾਂ ਮੈਂ ਇਕੱਲਾ ਹੀ ਮੀਟਿੰਗ ਤੇ ਚਲਾ ਗਿਆ। ਮੀਟਿੰਗ ਤੇ ਗਿਆ ਤੇ ਮੈਨੂੰ ਕੁਝ ਅਜੀਬ ਜਿਹਾ ਲੱਗਿਆ, ਕੋਈ ਕਦੇ ਐਸਾ ਦੇਖਿਆ ਨਹੀਂ ਸੀਗਾ, ਬਟ ਅੱਛਾ ਲੱਗਿਆ। ਮੈਂ ਉੱਥੇ ਹੀ ਬੈਠੇ ਨੇ ਡਿਸਾਈਡ ਕੀਤਾ, ਮੈਂ ਕਿਹਾ ਵਟ ਐਵਰ ਇਟ ਮੇ ਬੀ, ਯਾਰ ਕੁਝ ਵੀ ਹੋਵੇ, ਪੈਸਾ ਲੱਗਦਾ ਨਹੀਂ ਪਿਆ। ਔਰ ਕਹਿੰਦੇ ਹੈਗੇ ਸਾਲ ਦੇ ਵਿੱਚ ਤੁਸੀਂ ਇੰਨਾ ਪੈਸਾ ਕਮਾ ਸਕਦੇ ਹੋ। ਮੇਰੀਆਂ ਤਾਂ ਅੱਖਾਂ ਖੁੱਲ ਗਈਆਂ। ਮੈਂ ਕਿਹਾ ਜੀ ਮੈਂ ਇਸ ਬਿਜ਼ਨਸ ਨੂੰ ਕਰੂੰਗਾ। ਜਾਣ ਲਈ ਕੱਖ ਨਹੀਂ, ਸਾਰਾ ਕੁਝ ਆਉਣ ਲਈ ਹੈ। ਅਗਰ ਨਹੀਂ ਵੀ ਹੋਇਆ ਤਾਂ ਮੇਰਾ ਜਾਂਦਾ ਕੀ ਹੈ, ਪੈਸੇ ਤਾਂ ਲੱਗਦੇ ਨਹੀਂ। ਔਰ ਜੇ ਚੱਲ ਪਿਆ ਤਾਂ ਬੱਲੇ ਬੱਲੇ ਹੈ ਨਾ। ਔਰ ਪੜ੍ਹੇ ਲਿਖੇ ਹੈਗੇ ਆ, ਕਿਹੜੀ ਗੱਲ ਹੈਗੀ ਹੈ, ਸਮਝਦਾਰੀ ਹੈਗੀ ਹੈ ਸਾਡੇ ਕੋਲੇ, ਕੀ ਚੰਗਾ ਤੇ ਕੀ ਮਾੜਾ ਹੈਗਾ, ਇੰਨੀ ਕੁ ਗੱਲ ਤਾਂ ਸਮਝਦੇ ਹੈਗੇ ਆ। ਤੇ ਮੈਂ ਇਮੀਡੀਏਟਲੀ ਆਈ ਡਿਸਾਈਡਡ ਟੂ ਬਿਲਡ ਦਿਸ ਬਿਜ਼ਨਸ, ਔਰ ਨਾਟ ਡਿਸਾਈਡਡ ਟੂ ਬਿਲਡ ਦਿਸ ਬਿਜ਼ਨਸ, ਬਟ ਆਈ ਡਿਸਾਈਡਡ ਟੂ ਜੁਆਇਨ ਦਿਸ ਬਿਜ਼ਨਸ ਐਟ ਲੀਸਟ। ਮੈਂ ਕਿਹਾ ਸ਼ੁਰੂ ਤਾਂ ਕਰੀਏ, ਫਿਰ ਦੇਖਦੇ ਹਾਂ। ਮੈਂ ਸ਼ੁਰੂ ਕਰ ਲਿਆ। ਇਹ ਗੱਲ ਹੈਗੀ ਹੈ ਦੋਸਤੋ, ਫੈਬਰਵਰੀ 2000 31 ਮਾਰਚ ਸਾਡੇ ਆਫਿਸ ਦੇ ਵਿੱਚ ਕਲੋਜ਼ਿੰਗ ਸੀ, ਜ਼ਿਆਦਾ ਕੁਝ ਕਰ ਨਹੀਂ ਸਕੇ। ਲੇਕਿਨ ਅਪ੍ਰੈਲ ਤੋਂ ਬਾਅਦ ਮੈਂ ਹੁਮ ਆ ਕੇ ਇਸ ਬਿਜ਼ਨਸ ਦੇ ਵਿੱਚ ਆਇਆ। ਫਿਰ ਅਸੀਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਬਹੁਤ ਸਾਰੇ ਨੈਗੇਟਿਵਸ ਵੀ ਮਿਲੇ, ਕਈ ਲੋਕਾਂ ਨੇ ਪੁੱਠੀਆਂ ਸਿੱਧੀਆਂ ਗੱਲਾਂ ਵੀ ਕੀਤੀਆਂ, ਜਿਵੇਂ ਲੋਕਾਂ ਦੀ ਆਦਤਾਂ ਹੁੰਦੀਆਂ, ਆਪਾਂ ਪਰਵਾਹ ਨਹੀਂ ਮਾਰੀ। ਮੈਨੂੰ ਸਮਝ ਆ ਗਿਆ ਸੀਗਾ ਕਿ ਇਹ ਬਿਜ਼ਨਸ ਦਾ ਪੋਟੈਂਸ਼ੀਅਲ ਕਿੰਨਾ ਹੈ। ਮੈਨੂੰ ਇਹ ਵੀ ਗੱਲ ਸਮਝ ਆ ਗਈ ਸੀ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਨਾ, ਉਹ ਨੈਟਵਰਕ ਮਾਰਕੀਟਿੰਗ ਦਾ ਹੀ ਬਿਜ਼ਨਸ ਚੱਲੇਗਾ। ਮੈਨੂੰ ਇਹ ਵੀ ਗੱਲ ਸਮਝ ਆ ਗਈ ਸੀ ਕਿ ਹਿੰਦੁਸਤਾਨ ਦੇ ਵਿੱਚ ਇਹ ਬਹੁਤ ਚੱਲੇਗਾ, ਕਿਉਂਕਿ ਇੱਥੇ ਦੁਨੀਆ ਹੀ ਦੁਨੀਆ। ਆਪਾਂ ਫਟੇ ਚੱਕਦੇ, ਪਿੱਛੇ ਮੁੜ ਕੇ ਨਹੀਂ ਦੇਖਿਆ। ਐਂਡ ਬਿਲੀਵ ਮੀ, ਪਹਿਲੇ 2 ਸਾਲਾਂ ਦੇ ਵਿੱਚ ਅਸੀਂ ਉਸ ਮੁਕਾਮ ਤੇ ਪਹੁੰਚ ਗਏ ਸੀ ਕਿ ਜਿੱਥੇ ਨੌਕਰੀ ਦੀ ਲੋੜ ਨਹੀਂ ਸੀ। ਫਿਰ ਵੀ ਮੈਂ ਨੌਕਰੀ ਨੂੰ ਛੱਡਿਆ ਨਹੀਂ, ਸੇਫ ਰੱਖਿਆ। ਔਰ 6 ਸਾਲਾਂ ਦੇ ਵਿੱਚ ਇੱਕ ਬੜਾ ਅੱਛਾ ਲੈਵਲ ਹੁੰਦਾ ਹੈ, ਫਾਊਂਡਰ ਐਮਰਲਡ ਲੈਵਲ, ਉਹ ਅਸੀਂ ਅਚੀਵ ਕਰ ਲਿਆ ਸੀਗਾ। ਔਰ ਫਿਰ ਆਪਣੀ ਅਪਲਾਈਨ ਨੂੰ ਪੁੱਛਿਆ ਤੇ ਨੌਕਰੀ ਨੂੰ ਕਰਤੀ ਬਾਏ ਬਾਏ। ਆਪਾਂ ਵਿਹਲੇ, ਨਾਲੇ ਲੱਖਾਂ ਰੁਪਏ ਦੀ ਆਮਦਨ ਔਰ ਨਾਲੇ ਵਿਹਲੇ ਦੇ ਵਿਹਲੇ। ਆ 2 ਚੀਜ਼ਾਂ ਇਕੱਠੀਆਂ ਨਹੀਂ ਮਿਲਣੀਆਂ ਦੋਸਤੋ ਕਦੇ, ਪੈਸਾ ਤੇ ਟਾਈਮ। ਜਿਹਦੇ ਕੋਲੇ ਟਾਈਮ ਹੁੰਦਾ, ਵਿਹਲਾ ਹੁੰਦਾ, ਉਹਦੇ ਕੋਲ ਪੈਸਾ ਨਹੀਂ ਹੁੰਦਾ।
ਔਰ ਜਿਹੜਾ ਪੈਸੇ ਦੇ ਚੱਕਰ 'ਚ ਭੱਜ ਲੈਂਦਾ ਉਹਦੇ ਕੋਲ ਟਾਈਮ ਨਹੀਂ ਹੁੰਦਾ। ਐਸ ਬਿਜ਼ਨਸ 'ਚ ਸਭ ਤੋਂ ਵਧੀਆ ਗੱਲ ਜੋ ਮੈਨੂੰ ਲੱਗੀ, ਪੈਸਾ ਤੇ ਟਾਈਮ ਇਕੱਠਾ, ਪੈਸਾ ਵੀ ਔਰ ਵੇਲੇ ਦੇ ਵੇਲੇ ਵੀ, ਔਰ ਜਿਹੜੀ ਨੇਮ ਫੇਮ ਹੈ, ਜਿਹੜੀ ਰੈਕਗਨੀਸ਼ਨ ਹੈ, ਜਿਹੜਾ ਸੈਲੀਬ੍ਰਿਟੀ ਸਟੇਟਸ ਹੈ, ਹਰ ਸਾਲ ਇੱਕ ਦੁਨੀਆ ਦਾ ਟੂਰ ਦੇ ਦਿੰਦੇ। 40 ਕੁ ਦੇਸ਼ ਘੁੰਮ ਲਏ ਦੋਸਤੋ ਅਸੀਂ ਬਿਲਕੁਲ ਫ੍ਰੀ ਆਫ ਕਾਸਟ। ਕੈਨ ਯੂ ਇਮੇਜਿਨ 40 ਦੇਸ਼ ਫ੍ਰੀ ਆਫ ਕਾਸਟ ਘੁੰਮ ਲਏ ਅਸੀਂ ਇਹ ਬਿਜ਼ਨਸ ਦੇ ਜ਼ਰੀਏ। ਨਾਟ ਓਨਲੀ ਦੈਟ, ਇਸ ਬਿਜ਼ਨਸ ਦੇ ਵਿੱਚ ਇੰਨੇ ਵੰਡਰਫੁਲ ਰਿਵਾਰਡਸ ਮਿਲੇ, ਜੋ ਸਾਡੀ ਪਰਸਨੈਲਿਟੀ ਡਿਵੈਲਪ ਹੋਈ, ਜੋ ਸਾਡੀ ਜਾਣ ਪਛਾਣ ਵਧੀ ਲੋਕਾਂ ਦੇ ਨਾਲ, ਜੋ ਸਾਡੀ ਇੱਜ਼ਤ ਮਾਨ ਵਧਿਆ, ਜੋ ਸਾਡਾ ਮੈਗਜ਼ੀਨਾਂ ਦੇ ਵਿੱਚ ਨਾਮ ਆਇਆ, ਜੋ ਇਹਨੂੰ ਇਨਟੈਂਜੀਬਲਸ ਕਹਿੰਦੇ ਹੈਗੇ ਆ, ਪੈਸੇ ਨਾਲੋਂ ਵੱਧ ਨੇ ਚੀਜ਼ਾਂ। ਇਹ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ। ਲੋਕੀ ਖਰੀਦਣ ਦੀ ਕੋਸ਼ਿਸ਼ ਕਰਦੇ ਆ ਬਟ ਇਹ ਖਰੀਦੀਆਂ ਨਹੀਂ ਜਾ ਸਕਦੀਆਂ ਦੋਸਤੋ। ਇਹ ਸਾਨੂੰ ਇਸ ਬਿਜ਼ਨਸ ਨੇ ਸਭ ਕੁਝ ਦਿੱਤਾ। ਅਸੀਂ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੇ ਹਾਂ ਕਿ ਕਿਹੜੀ ਉਹ ਚੰਗੀ ਘੜੀ ਸੀਗੀ ਜਦੋਂ ਕਿ ਅਸੀਂ ਬਿਜ਼ਨਸ ਨੂੰ ਕਰਨ ਲਈ ਹਾਂ ਕਰ ਦਿੱਤੀ। ਬੰਦਾ ਕੁਝ ਨਹੀਂ ਹੁੰਦਾ ਦੋਸਤੋ। ਮੈਂ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਤੇ ਮੈਨੂੰ ਇਹ ਪੂਰਾ ਵਿਸ਼ਵਾਸ ਹੈ ਕਿ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਇੱਕ ਪੱਤਾ ਨਹੀਂ ਹਿਲਦਾ। ਅਗਰ ਮੈਂ ਹਾਂ ਕੀਤੀ ਤਾਂ ਮੈਂ ਕਰੀ ਜਾਵਾਂ, ਮੈਂ ਨਹੀਂ ਕੀਤੀ, ਉਹ ਪਰਮਾਤਮਾ ਨੇ ਹਾਂ ਕਰਾਤੀ। ਇਹ ਬਿਜ਼ਨਸ ਤਾਂ ਕਈ ਲੋਕਾਂ ਨੂੰ ਦਿਖਾਇਆ ਜਾਂਦਾ ਹੈ, ਬੜੇ ਭੋਲੇ ਜਿਹੇ ਹੋ ਕੇ ਨਾ ਕਰ ਦਿੰਦੇ, ਸ਼ਾਇਦ ਪਰਮਾਤਮਾ ਉਹਨਾਂ ਨੂੰ ਦੇਣਾ ਨਹੀਂ ਚਾਹੁੰਦਾ। ਪਿਛਲੇ ਜਨਮ 'ਚ ਕੋਈ ਚੰਗੇ ਕਰਮ ਕੀਤੇ ਹੋਣੇ ਕਿ ਅਸੀਂ ਇਹ ਬਿਜ਼ਨਸ ਹਾਂ ਕਰ ਬੈਠੇ। ਔਰ ਹਾਂ ਕਰਨ ਤੋਂ ਬਾਅਦ ਜਦੋਂ ਅਸੀਂ ਇਹ ਕਰਨਾ ਸ਼ੁਰੂ ਕੀਤਾ, ਲੋਕਾਂ ਤੱਕ ਜਾਣਾ ਸ਼ੁਰੂ ਕੀਤਾ, ਤੇ ਕਈ ਲੋਕਾਂ ਨੇ ਸਾਨੂੰ ਬੜਾ ਹੀ ਨੈਗੇਟਿਵ ਦਿੱਤਾ ਇਸ ਬਿਜ਼ਨਸ ਬਾਰੇ। ਲੇਕਿਨ ਅਗੇਨ ਥੈਂਕਸ ਗੋਡ ਕਿ ਪਰਮਾਤਮਾ ਨੇ ਸਾਨੂੰ ਇੱਕ ਨਾ ਸਬਰ ਦਿੱਤਾ, ਸੰਯਮ ਦਿੱਤਾ ਕਿ ਅਸੀਂ ਡਟੇ ਰਹੇ, ਸਿੱਖਦੇ ਰਹੇ। ਅਗਰ ਕੋਈ ਬੰਦਾ ਸਾਨੂੰ ਨਾ ਕਰਦਾ ਸੀ ਇਸ ਬਿਜ਼ਨਸ ਵਾਸਤੇ ਤਾਂ ਮੈਨੂੰ ਇਹੀ ਲੱਗਦਾ ਸੀਗਾ ਕਿ ਇਹ ਨਾ ਬਿਜ਼ਨਸ ਨੂੰ ਨਹੀਂ ਕਰ ਰਿਹਾ, ਇਹ ਮੈਂ ਇਹਨੂੰ ਚੰਗੀ ਤਰ੍ਹਾਂ ਸਮਝਾ ਨਹੀਂ ਪਾ ਰਿਹਾ, ਕਮੀ ਮੇਰੇ ਵਿੱਚ ਹੈ, ਮੇਰੇ ਸਮਝਾਉਣ ਦੇ ਵਿੱਚ ਹੈ, ਮੈਨੂੰ ਨੌਲੇਜ ਵਧਾਉਣੀ ਪੈਣੀ ਹੈ, ਮੈਨੂੰ ਕੌਨਫੀਡੈਂਸ ਵਧਾਉਣਾ ਪੈਣਾ। ਮੈਂ ਸਾਰਾ ਜ਼ੋਰ ਆਪਣੇ ਉੱਪਰ ਲਾਇਆ ਔਰ ਉਹਦਾ ਨਤੀਜਾ ਦੋਸਤੋ ਅੱਜ ਤੁਹਾਡੇ ਸਾਹਮਣੇ ਹੈਗੇ ਆ। ਤੁਹਾਨੂੰ ਮੈਂ ਦੱਸਿਆ ਕਿ ਤਕਰੀਬਨ 14 ਸਾਲ ਤੋਂ ਨੌਕਰੀ ਛੱਡ ਬੈਠੇ ਆ, ਘਰ ਦੇ ਵਿੱਚ ਵਿਹਲੇ ਰਹਿੰਦੇ ਹੈਗੇ ਆ ਔਰ ਲੱਖਾਂ ਰੁਪਏ ਦੀ ਪਰਮਾਤਮਾ ਨੇ ਸਾਨੂੰ ਦਇਆ ਕੀਤੀ, ਇਸ ਬਿਜ਼ਨਸ ਨੂੰ ਸਾਨੂੰ ਆਮਦਨ ਆਉਂਦੀ ਹੈ। ਹੁਣ ਜਿਵੇਂ ਲਾਕਡਾਊਨ ਪੀਰੀਅਡ ਚੱਲ ਰਿਹਾ, ਦੇਖੋ ਦੋਸਤੋ ਬਿਜ਼ਨਸਿਸ ਦੇ ਵਿੱਚ, ਲੋਕਾਂ ਦੇ ਬਿਜ਼ਨਸਿਸ ਦੇ ਵਿੱਚ ਤਰਾਹੀ ਹੋਈ ਪਈ ਹੈ। ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਕਿਵੇਂ ਅਸੀਂ ਦੁਬਾਰਾ ਤੋਂ ਉੱਠਾਂਗੇ, ਕਿਵੇਂ ਅਸੀਂ ਅੱਗੇ ਵਧਾਂਗੇ। ਨੌਕਰੀਆਂ ਆਲਮੋਸਟ ਖਤਮ ਹੋ ਚੁੱਕੀਆਂ ਨੇ, ਲੇ-ਆਫਸ ਨੇ, ਅੱਧੀ ਪੇ ਦੇ ਉੱਪਰ ਹੈ। ਈਵਨ ਹੁਣ ਤੱਕ ਗਵਰਨਮੈਂਟ ਨੇ ਵੀ ਡੀਏ ਬੰਦ ਕਰ ਦਿੱਤਾ ਐਂਡ ਲੋਟ ਆਫ ਥਿੰਗਸ ਆਰ ਹੈਪਨਿੰਗ। ਤਾਂ ਫੀਅਰ ਦਾ ਮਾਹੌਲ ਹੈ, ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਾਰਿਆਂ ਦੇ ਵਿੱਚ। ਅਸੀਂ ਉਸ ਸੱਚੇ ਪਰਮਾਤਮਾ ਨੂੰ ਥੈਂਕ ਯੂ ਕਹਿੰਦੇ ਹਾਂ ਕਿ ਅਗਰ ਉਸ ਟਾਈਮ ਦੇ ਉੱਪਰ ਇਹ ਬਿਜ਼ਨਸ ਬਿਲਡ ਕਰ ਲਿਆ ਸੀਗਾ ਤੇ ਅੱਜ ਅਸੀਂ ਘਰ ਬੈਠੇ ਇਹ ਬਿਜ਼ਨਸ ਦਾ ਮਾਡਲ ਬੜਾ ਪਿਆਰਾ ਹੈ ਦੋਸਤੋ। ਇਹ ਹੋਮ ਬੇਸਡ ਬਿਜ਼ਨਸ ਹੈ, ਘਰੋਂ ਹੋ ਜਾਂਦਾ ਹੈ। ਔਰ ਅੱਜ ਕੱਲ੍ਹ ਤਾਂ ਟੈਕਨੋਲੋਜੀ ਹੈ, ਟੈਕਨੋਲੋਜੀ ਦੇ ਵਿੱਚ ਤੁਸੀਂ ਫੇਸਬੁੱਕ ਲਾਈਵ ਹੋ ਜਾਓ, ਤੁਸੀਂ YouTube ਲਾਈਵ ਹੋ ਜਾਓ, ਤੁਸੀਂ ਇੰਸਟਾਗ੍ਰਾਮ ਤੇ ਬਿਜ਼ਨਸ ਕਰੋ, ਤੁਸੀਂ ਜੋ ਹੈ ਜ਼ੂਮ ਦੇ ਉੱਪਰ ਮੀਟਿੰਗਸ ਕਰੋ, ਤੁਸੀਂ ਮਾਈਕਰੋਸਾਫਟ ਟੀਮਸ ਦੇ ਉੱਪਰ ਮੀਟਿੰਗ ਕਰੋ। ਟੈਕਨੋਲੋਜੀ ਹੈਗੀ ਹੈ, ਤੁਸੀਂ ਘਰ ਪਹੁੰਚ ਸਕਦੇ ਹੈ। ਕਿਉਂ? ਘਰੇ ਬੈਠੇ ਵੀ ਆਪਣੇ ਘਰ ਬੈਠ ਕੇ ਤੁਸੀਂ ਲੋਕਾਂ ਦੇ ਘਰ ਪਹੁੰਚ ਸਕਦੇ ਹੋ। ਪਹਿਲਾਂ ਤਾਂ ਲੋਕਾਂ ਨੂੰ ਇਹ ਹੁੰਦਾ ਸੀ ਅਪਾਇੰਟਮੈਂਟ ਨਹੀਂ ਹੈ। ਮੈਨੂੰ ਕਹਿਣ ਦੇ ਵਿੱਚ ਕੋਈ ਸ਼ੱਕ ਨਹੀਂ ਦੋਸਤੋ ਕਿ ਇਹ ਲਾਕਡਾਊਨ ਪੀਰੀਅਡ ਤੇ ਅਸੀਂ ਜ਼ਿਆਦਾ ਬੜਾ ਬਿਜ਼ਨਸ ਕੀਤਾ ਦੋਸਤੋ, ਪਹਿਲਾਂ ਨਾਲੋਂ ਵੀ ਘਰ ਪਹੁੰਚ ਚੁੱਕੇ ਹੈਗੇ ਆ ਅਸੀਂ। ਇਹ ਬੜਾ ਯੂਨੀਕ ਬਿਜ਼ਨਸ ਹੈ, ਬੜਾ ਵੰਡਰਫੁਲ ਜਿਹਾ ਕਨਸੈਪਟ ਹੈ ਜੋ ਕਦੇ ਸੋਚਿਆ ਵੀ ਨਹੀਂ ਉਹ ਹੋ ਜਾਂਦਾ ਹੈਗਾ ਇਸ ਬਿਜ਼ਨਸ ਦੇ ਵਿੱਚ। ਮੈਂ ਥੋੜੀ ਜਿਹੀ ਤੁਹਾਨੂੰ ਗੱਲ ਦੱਸਾਂ ਕਿ ਇਹ ਵਪਾਰ ਹੈ ਕੀ। ਐਮਵੇ ਇੱਕ ਕੰਪਨੀ ਜਿਹਨੇ ਕਿ 1959 ਦੇ ਵਿੱਚ ਇੱਕ ਪ੍ਰੋਡਕਟ ਬਣਾ ਕੇ ਇੱਕ ਬਿਜ਼ਨਸ ਸ਼ੁਰੂ ਕੀਤਾ, ਇੱਕ ਬਿਜ਼ਨਸ ਮਾਡਲ ਸ਼ੁਰੂ ਕੀਤਾ ਨੈਟਵਰਕ ਮਾਰਕੀਟਿੰਗ ਦੇ ਵਿੱਚ। ਇੱਕ ਪ੍ਰੋਡਕਟ ਤੋਂ ਸ਼ੁਰੂ ਕੀਤਾ ਸੀਗਾ, ਅੱਜ ਹੌਲੀ ਪਿਛਲੇ 60 ਸਾਲਾਂ ਤੋਂ ਹੋ ਗਿਆ ਬਿਜ਼ਨਸ ਚੱਲਦਾ ਹੋਇਆ, 1959 ਤੋਂ ਚੱਲ ਰਿਹਾ। ਅੱਜ ਤਕਰੀਬਨ ਉਹਨਾਂ ਕੋਲੇ 450 ਪ੍ਰੋਡਕਟਸ ਦੀ ਮੈਨੂਫੈਕਚਰਿੰਗ ਹੈ। ਆਪਣੇ ਦੇਸ਼ ਦੇ ਵਿੱਚ ਇਹ ਬਿਜ਼ਨਸ ਆਇਆ ਸੀਗਾ 1998 ਦੇ ਵਿੱਚ, 5 ਮਈ 1998 ਨੂੰ ਕਮਰਸ਼ੀਅਲ ਵੇ ਨਾਲ ਇਹਨਾਂ ਨੇ ਸ਼ੁਰੂ ਕੀਤਾ ਸੀਗਾ। ਤਕਰੀਬਨ 150 ਪ੍ਰੋਡਕਟ ਇੰਡੀਆ 'ਚ ਵੀ ਇਹਨਾਂ ਨੇ ਲਾਂਚ ਕਰ ਦਿੱਤੇ। ਇਹਨਾਂ ਦੀ ਜਿਹੜੀਆਂ ਚੀਜ਼ਾਂ ਨੇ ਨਾ, ਹੋਮ ਕੇਅਰ, ਘਰੇ ਵਰਤਣ ਵਾਲੀਆਂ, ਪਰਸਨਲ ਕੇਅਰ, ਸਰੀਰ ਦੇ ਉੱਪਰ ਵਰਤਣ ਵਾਲੀਆਂ, ਸਕਿਨ ਕੇਅਰ, ਕਾਸਮੈਟਿਕਸ ਤੇ ਸਕਿਨ ਕੇਅਰ ਦੇ ਪ੍ਰੋਡਕਟ ਹੈਗੇ ਆ। ਪੂਰੇ ਵਰਲਡ ਦੇ ਵਿੱਚ ਟੌਪ 5 ਬ੍ਰਾਂਡ ਦੇ ਵਿੱਚ ਆ ਅਸੀਂ ਆਰਟਿਸਟਰੀ। ਇੱਦਾਂ ਹੀ ਸਾਡਾ ਹੈਲਥ ਕੇਅਰ ਦਾ ਬ੍ਰਾਂਡ ਹੈ ਨਿਊਟਰਲਾਈਟ, ਜੋ ਦੁਨੀਆ ਦਾ ਨੰਬਰ 1 ਬ੍ਰਾਂਡ ਹੈ। ਆਰਗੈਨਿਕ ਫਾਰਮਿੰਗ ਕਰਦੇ ਹਾਂ ਅਸੀਂ, ਬਿਨਾਂ ਕੀੜੇਮਾਰ ਦਵਾਈ ਤੋਂ। 6400 ਕਿੱਲੇ ਜ਼ਮੀਨ ਦੇ ਉੱਪਰ ਅਮਰੀਕਾ ਦੇ ਵਿੱਚ ਤੇ ਮੈਕਸੀਕੋ ਦੇ ਵਿੱਚ ਤੇ ਬ੍ਰਾਜ਼ੀਲ ਦੇ ਵਿੱਚ, ਉਹ 6400 ਕਿੱਲੇ ਜ਼ਮੀਨ ਦੇ ਉੱਪਰ ਪਿਛਲੇ 80 ਸਾਲਾਂ ਤੋਂ ਕਦੇ ਰਿਓ ਨਹੀਂ ਵਰਤਿਆ ਗਿਆ, ਨਾ ਰੇ ਨਾ ਸਪਰੇ, ਨੋ ਪੈਸਟੀਸਾਈਡ, ਨੋ ਇਨਸੈਕਟੀਸਾਈਡ, ਨੋ ਫਰਟੀਲਾਈਜ਼ਰ, ਨੋ ਯੂਰੀਆ। ਸੋਚ ਕੇ ਦੇਖੋ, ਕਦੇ ਉਹਨਾਂ ਦੇ ਸਰਚ ਕਰਿਓ nutralite.com, ਉਹਨਾਂ ਦੀਆਂ ਯੂਨੀਕ ਫਾਰਮਿੰਗ ਪ੍ਰੈਕਟਿਸਿਸ ਦੇਖੋ, ਹੈਰਾਨ ਹੋ ਜਾਓਗੇ। ਜਿਹੜੀ ਉੱਥੇ ਸਾਗ ਸਬਜ਼ੀ ਉਗਦੀ ਤੇ ਜਿਹੜੀ ਆਪਾਂ ਖਾਂਦੇ ਹਾਂ, ਜ਼ਮੀਨ ਅਸਮਾਨ ਦਾ ਫਰਕ ਹੈ। ਉਹਦੇ ਤੋਂ ਫਿਰ ਉਹ ਐਕਸਟ੍ਰੈਕਟ ਕਰਕੇ ਸਾਇੰਟੀਫਿਕਲੀ, ਇਹਨਾਂ ਕੋਲੇ ਤਕਰੀਬਨ 1000 ਤੋਂ ਜ਼ਿਆਦਾ ਸਾਇੰਟਿਸਟ ਨੇ, 1000 ਤੋਂ ਜ਼ਿਆਦਾ ਪੇਟੈਂਟਸ ਹੈਗਾ। ਔਰ ਇਹਨਾਂ ਦਾ ਆਪਣਾ ਨਿਊਟਰਲਾਈਟ ਹੈਲਥ ਇੰਸਟੀਚਿਊਟ ਹੈਗਾ ਕੈਲੀਫੋਰਨੀਆ ਦੇ ਕੋਲੇ, ਬਿਓਨਾ ਪਾਰਕ ਨਾਮ ਦੀ ਜਗ੍ਹਾ ਦੇ ਵਿੱਚ।
ਉੱਥੇ ਇਹ ਕੀ ਕਰਦੇ ਆ, ਡਾਈਟ ਸਪਲੀਮੈਂਟਸ ਬਣਾਉਂਦੇ ਆ। ਅੱਜ ਤੁਸੀਂ ਦੇਖਿਆ ਇੱਕ ਅੱਖਰ ਬੜਾ ਹੀ ਸੁਣਦੇ ਹੋਵੋਗੇ, ਇਮਿਊਨਿਟੀ ਸਟਰੋਂਗ ਹੋਣੀ ਚਾਹੀਦੀ ਹੈ, ਇਮਿਊਨਿਟੀ ਸਟਰੋਂਗ ਹੋਣੀ ਚਾਹੀਦੀ ਹੈ। ਪਹਿਲਾਂ ਕੋਈ ਸੁਣਦਾ ਹੀ ਨਹੀਂ ਸੀਗਾ। ਅਸੀਂ ਲੋਕਾਂ ਨੂੰ ਕਹਿੰਦੇ ਸੀਗੇ ਕਿ ਯਾਰ ਬਿਮਾਰ ਹੋਣ ਨਾਲੋਂ ਵਧੀਆ ਤਾਂ ਇਹ ਹੈਗਾ ਕਿ ਕੋਈ ਚੀਜ਼ਾਂ ਐਸੀਆਂ ਲੈ ਲਓ ਕਿ ਬਿਮਾਰ ਹੀ ਨਾ ਪਵੋ। ਸੁਣਦੇ ਹੀ ਨਹੀਂ ਸੀ ਸਾਡੀ ਗੱਲ। ਉਹ ਹੁਣ ਜਦੋਂ ਸਰਕਾਰਾਂ ਨੇ ਵੀ ਕਹਿਣਾ ਸ਼ੁਰੂ ਕੀਤਾ ਕਿ ਦਵਾਈਆਂ ਨੇ ਨਹੀਂ ਕੰਮ ਕਰਨਾ, ਆਪਣੀ ਬਾਡੀ ਦੀ ਇਮਿਊਨਿਟੀ ਵਧਾਓ। ਇਹ ਜਿਹੜੇ ਪ੍ਰੋਡਕਟ ਨੇ ਸਾਡੇ ਨਿਊਟ੍ਰੀਲਾਈਟ ਦੇ, ਇਹ ਇਮਿਊਨਿਟੀ ਬੂਸਟਰ ਨੇ, ਇਹ ਸਾਨੂੰ ਤੰਦਰੁਸਤ ਰੱਖਦੇ ਆ। ਜ਼ਰੂਰੀ ਹੈ ਬਿਮਾਰ ਹੋ ਕੇ ਲੱਖਾਂ ਰੁਪਏ ਖਰਚਣੇ? ਪਹਿਲਾਂ ਹੀ ਹਜ਼ਾਰਾਂ ਰੁਪਏ ਖਰਚ ਕੇ ਕੋਈ ਅਜਿਹੀਆਂ ਚੀਜ਼ਾਂ ਲੈ ਲਓ ਕਿ ਬਿਮਾਰ ਹੀ ਨਾ ਪਵੋ। ਤਾਂ ਇਹ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ, ਇੱਕ ਸਾਡੇ ਕੁੱਕਵੇਅਰ ਆਉਂਦਾ, ਭਾਂਡੇ ਆਉਂਦੇ ਆ, ਉਹ ਭਾਂਡਿਆਂ ਦੇ ਵਿੱਚ ਜ਼ੀਰੋ ਆਇਲ ਦੇ ਨਾਲ, ਮਤਲਬ ਇੱਕ ਬੂੰਦ ਵੀ ਘਿਓ ਤੇਲ ਪਾਉਣ ਦੀ ਲੋੜ ਨਹੀਂ। ਪਾਉਣਾ ਪਾ ਲਓ ਬਟ ਲੋੜ ਨਹੀਂ। ਤੇ ਤੁਸੀਂ ਤੜਕਾ ਲਾ ਲਓ ਭਾਵੇਂ। 18x8 ਗ੍ਰੇਡ ਦੀ ਸਟੀਲ ਹੈਗੀ ਹੈ, ਹਾਈ ਕੁਆਲਿਟੀ ਸਟੀਲ ਹੁੰਦੀ ਹੈ, ਉਹ ਸਰਜੀਕਲ ਸਟੀਲ ਕਹਿੰਦੇ ਉਹਨੂੰ। ਉਹਦੇ ਦੇ ਵਿੱਚ ਅਸੀਂ ਖਾਣਾ ਬਣਾਉਣੇ ਹੈਗੇ। ਇੱਦਾਂ ਹੀ ਸਾਡੇ ਕੋਲ ਵੇਟ ਮੈਨੇਜਮੈਂਟ ਪ੍ਰੋਗਰਾਮ ਹੈ, ਇੱਦਾਂ ਹੀ ਸਾਡੇ ਕੋਲ ਹਰਬਸ ਨੇ। ਅੱਜ ਤਾਂ ਸਰਕਾਰਾਂ ਵੀ ਕਹਿਣ ਲੱਗ ਗਈਆਂ ਕਿ ਅਸ਼ਵਗੰਧਾ ਖਾਓ, ਤੁਲਸੀ ਖਾਓ। ਸਾਡੇ ਕੋਲ ਸਾਰਾ ਕੁਝ ਹੈ ਔਰ ਸਾਇੰਟੀਫਿਕਲੀ ਵੀ ਤਿਆਰ ਕੀਤਾ ਜਾਂਦਾ ਹੈ, ਉਹ ਵੀ ਨਾਨ GMO ਸੀਡਸ ਦੇ ਨਾਲ। ਕਦੇ ਸਾਰੀ ਮਤਲਬ ਟਾਈਮ ਮਿਲਿਆ ਤਾਂ ਤੁਹਾਡੇ ਨਾਲ ਗੱਲਾਂ ਕਰਾਂਗੇ ਦੋਸਤੋ ਇਹ ਪ੍ਰੋਡਕਟਾਂ ਬਾਰੇ, ਦਿਮਾਗ ਖੁੱਲ ਜੂਗਾ ਕਿਹੋ ਜਿਹੇ ਪ੍ਰੋਡਕਟ ਨੇ। ਇਹ ਜੀ ਬਹੁਤ ਵੱਡੀ ਰੇਂਜ ਹੈ ਸਾਡੇ ਕੋਲ, એનર્ਜੀ ਡਰਿੰਕਸ ਨੇ, ਲੋਟ ਆਫ ਥਿੰਗਸ। ਇਹ ਜਿਹੜੇ ਪ੍ਰੋਡਕਟਸ ਨੇ ਇਹਦੇ ਉੱਪਰ 100% ਮਨੀ ਬੈਕ ਗਾਰੰਟੀ ਦਿੱਤੀ ਹੈ ਕੰਪਨੀ ਐਮਵੇ ਕਿ 30 ਦਿਨ ਵਰਤ ਲਓ, 30% ਯੂਜ਼ ਵੀ ਕਰ ਲਓ, ਨਹੀਂ ਚੰਗਾ ਲੱਗਦਾ, ਮਹਿੰਗਾ ਲੱਗਦਾ, 30 ਦਿਨਾਂ ਦੇ ਵਿੱਚ ਵਾਪਸ ਕਰਕੇ ਖੁੱਲਾ ਹੋਇਆ ਪ੍ਰੋਡਕਟ ਦੇ ਸਾਰੇ ਪੈਸੇ ਵਾਪਸ ਲੈ ਜਾਓ। ਕਿਹੜੀ ਕੰਪਨੀ ਦਿੰਦੀ ਹੈ? ਕਿਉਂਕਿ ਉਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਕਿ ਸਾਡੇ ਜਿਹੜੇ ਪ੍ਰੋਡਕਟ ਨੇ ਦੁਨੀਆ ਦੇ ਨੰਬਰ 1 ਪ੍ਰੋਡਕਟ ਨੇ। ਹੁਣ ਇਹ ਪ੍ਰੋਡਕਟਾਂ ਦੀ ਮਾਰਕੀਟਿੰਗ ਉਹ ਜਰਾ ਡਿਫਰੈਂਟ ਤਰੀਕੇ ਨਾਲ ਕਰਦੀ ਹੈ। ਉਹ ਬਾਜ਼ਾਰ ਦੇ ਥਰੂ ਮਾਲ ਨਹੀਂ ਵੇਚਦੀ। ਬਾਜ਼ਾਰ ਦੇ ਵਿੱਚ ਤਾਂ ਕੀ ਹੁੰਦਾ, 3 ਰੁਪਏ ਦੀ ਚੀਜ਼ ਤੁਹਾਨੂੰ 10 ਰੁਪਏ ਦੇ ਵਿੱਚ ਮਿਲਦੀ ਹੈ, ਉਹ 70% ਪੈਸਾ ਜਿਹੜਾ ਹੈਗਾ ਉਹ ਵਿਚੋਲੇ ਖਾ ਜਾਂਦੇ ਨੇ। ਸਾਡਾ ਜਿਹੜਾ ਸਮਾਨ ਹੈਗਾ ਸਿੱਧਾ ਹੀ ਬਣਦਾ, ਬਣ ਕੇ ਸਾਡੇ ਜਿਹੜੇ ਐਮਵੇ ਆਫਿਸਿਸ ਨੇ, ਵੇਅਰ ਹਾਊਸਿਸ ਨੇ, ਉੱਥੇ ਆਉਂਦਾ। ਅੱਜ ਕੱਲ੍ਹ ਤਾਂ ਆਫਿਸਿਸ ਖੁੱਲੇ ਨਹੀਂ ਹੈਗੇ, ਬਟ ਵੇਅਰ ਹਾਊਸ ਤੋਂ ਸਿੱਧੀ ਡਿਲੀਵਰੀ ਘਰ ਪਹੁੰਚਦੀ ਹੈ। ਘਰੇ ਤੁਸੀਂ ਬੈਠ ਕੇ ਸਮਾਨ ਮੰਗਾ ਸਕਦੇ ਹੋ, ਆਪਣਾ ਸਮਾਨ ਵਰਤੋ। ਔਰ ਮੈਂ ਤੁਹਾਨੂੰ ਇੱਕ ਹੋਰ ਦਾਅਵਾ ਕਰਦਾ, ਕਈ ਲੋਕਾਂ ਨੂੰ ਬਹੁਤ ਵੱਡਾ ਮਿੱਥ ਹੈ ਕਿ ਸਾਡੇ ਪ੍ਰੋਡਕਟਸ ਜਿਹੜੇ ਹੈਗੇ ਤੇ ਮਹਿੰਗੇ ਤਾਂ ਨਹੀਂ ਪੈਂਦੇ। ਵਰਤ ਕੇ ਤਾਂ ਦੇਖੋ ਯਾਰ, ਜੇ ਤੁਹਾਡਾ ਖਰਚਾ ਪਹਿਲਾਂ ਸਾਬਣ ਤੇਲ ਦਾ 5000 ਦਾ ਸੀ ਨਾ, ਐਗਜ਼ਾਮਪਲ ਦੇ ਰਿਹਾ, 4500 ਦਾ ਰਹਿ ਜਾਊਗਾ। ਕੁਆਲਿਟੀ ਪ੍ਰੋਡਕਟਸ ਜਿਹੜੇ ਕਿ এনवायरमेंट ਫ੍ਰੈਂਡਲੀ ਪ੍ਰੋਡਕਟਸ ਨੇ, ਵਾਤਾਵਰਣ ਨੂੰ ਸ਼ੁੱਧ ਰੱਖਦੇ ਆ, ਬਾਇਓਡੀਗ੍ਰੇਡੇਬਲ ਨੇ, ਫਾਸਫੇਟ ਫ੍ਰੀ ਨੇ, ਸਲਫੇਟ ਫ੍ਰੀ ਨੇ, ਵਰਲਡ ਕਲਾਸ ਕੁਆਲਿਟੀ ਪ੍ਰੋਡਕਟਸ ਤੁਹਾਡੇ ਘਰੇ ਪਹੁੰਚਣਗੇ। ਬਿਮਾਰੀਆਂ ਨੂੰ ਕੱਢ ਕੇ ਘਰੋਂ ਬਾਹਰ ਮਾਰੋਗੇ, ਕੈਮੀਕਲ ਨੂੰ ਕੱਢ ਕੇ ਬਾਹਰ ਮਾਰੋਗੇ, 100% ਮਨੀ ਬੈਕ ਗਾਰੰਟੀ ਹੈ ਔਰ ਬਾਜ਼ਾਰ ਨਾਲੋਂ ਸਸਤੀਆਂ ਵੀ ਪੈਣ। ਤਾਂ ਸਾਡਾ ਦਿਮਾਗ ਖਰਾਬ ਹੈ, ਅਸੀਂ ਕਿਤੇ ਹੋਰ ਪ੍ਰੋਡਕਟ ਵਰਤਾਂਗੇ, ਅਸੀਂ ਤਾਂ ਐਮਵੇ ਦੇ ਵਰਤਾਂਗੇ। ਔਰ ਇੰਨੀ ਕੀ ਗੱਲ ਆਪਾਂ ਸਮਝਣੀ ਹੈ ਬਸ। ਇਹਨਾਂ ਦੀਆਂ ਟ੍ਰੇਨਿੰਗਾਂ ਹੁੰਦੀਆਂ ਨੇ, ਹਨਾ, ਸਾਡੇ ਜ਼ੂਮ ਮੀਟਿੰਗਸ ਹੁੰਦੀਆਂ, ਘਰ ਬੈਠ ਕੇ ਤੁਸੀਂ ਟ੍ਰੇਨਿੰਗਾਂ ਲੈ ਸਕਦੇ ਹੈਗੇ। ਸਾਡੀ ਵੈਬਸਾਈਟ ਹੈਗੀ ਹੈ, ਈ-ਲਰਨਿੰਗ ਪ੍ਰੋਗਰਾਮ ਹੈ, ਤਾਂ ਤੁਸੀਂ ਘਰੇ ਬੈਠ ਕੇ ਪ੍ਰੋਡਕਟਸ ਦੀ ਨੌਲੇਜ ਲੈ ਸਕਦੇ ਹੋ। ਹੁਣ ਪ੍ਰੋਡਕਟਸ ਦੀ ਤੁਸੀਂ ਨੌਲੇਜ ਲਈ ਔਰ ਘਰੇ ਵਰਤਣੇ ਸ਼ੁਰੂ ਕਰ ਦਿੱਤੇ, ਤੁਹਾਨੂੰ ਵਿਸ਼ਵਾਸ ਆ ਗਿਆ ਕਿ ਵਾਕਈ ਯਾਰ ਪ੍ਰੋਡਕਟਸ ਤਾਂ ਬਹੁਤ ਵਧੀਆ ਨੇ, ਨਾਲੇ ਮੈਨੂੰ ਰੇਟ ਵਾਈਜ਼ ਵੀ ਵਧੀਆ ਪੈ ਰਹੇ ਨੇ। ਹੁਣ ਆਪਾਂ ਕੀ ਕਰਨਾ ਹੈ, ਉਹ ਕਹਿੰਦੇ ਅਸੀਂ ਬਾਜ਼ਾਰਾਂ ਦੇ ਵਿੱਚ ਇਹ ਮਾਲ ਨਹੀਂ ਵੇਚਦੇ, ਤੁਸੀਂ ਲੋਕਾਂ ਦਾ ਨੈਟਵਰਕ ਵਿਛਾ ਕੇ ਇਹ ਪ੍ਰੋਡਕਟਾਂ ਦੀ ਜਾਣਕਾਰੀ ਲੋਕਾਂ ਨੂੰ ਦੇਣੀ ਹੈਗੀ ਹੈ। ਜਿਹੜੇ ਲੋਕੀ ਪ੍ਰੋਡਕਟ ਦੇ ਵਿੱਚ ਇੰਟਰਸਟਿਡ ਨੇ ਉਹ ਸਾਡੇ ਕਸਟਮਰ ਬਣ ਕੇ ਰਹਿ ਜਾਣਗੇ। ਜਿਹੜੇ ਬਿਜ਼ਨਸ ਕਰਨ ਦੇ ਵਿੱਚ ਇੰਟਰਸਟਿਡ ਨੇ, ਤੁਸੀਂ ਉਹਨਾਂ ਨੂੰ ਐਜ਼ ਅ ਬਿਜ਼ਨਸ ਓਨਰ ਵੀ ਜੁਆਇਨ ਕਰਾ ਸਕਦੇ ਹੋ। ਹੁਣ ਤੁਹਾਡੇ ਨੈਟਵਰਕ ਦੇ ਵਿੱਚ ਬੰਦੇ ਆ ਰਹੇ ਹੈ, ਉਹਨਾਂ ਨੂੰ ਅਸੀਂ ਇਹ ਬਿਜ਼ਨਸ ਕਰਨਾ ਵੀ ਸਿਖਾਉਂਦੇ ਆ, ਉਹਨਾਂ ਨੂੰ ਇਹ ਪਲਾਨ ਬਾਰੇ ਵੀ ਸਾਰੀ ਜਾਣਕਾਰੀ ਦਿੰਦੇ ਆ, ਲੋਕਾਂ ਨਾਲ ਗੱਲਬਾਤ ਕਿਵੇਂ ਕਰਨੀ ਉਹਦੀ ਵੀ ਟ੍ਰੇਨਿੰਗ ਦਿੰਦੇ ਆ, ਅਸੀਂ ਪ੍ਰੋਡਕਟਾਂ ਦੀ ਵੀ ਟ੍ਰੇਨਿੰਗ ਦਿੰਦੇ ਆ। ਉਹ ਟ੍ਰੇਨਡ ਹੋ ਰਹੇ ਨੇ, ਉਹ ਆਪਣਾ ਬਿਜ਼ਨਸ ਅੱਗੇ ਫੈਲਾ ਰਹੇ ਨੇ, ਉਹ ਵੀ ਕੁਝ ਕਸਟਮਰ ਲੈ ਕੇ ਆ ਰਹੇ ਨੇ ਤੇ ਨਾਲ ਹੀ ਕੁਝ ਡਿਸਟ੍ਰੀਬਿਊਟਰਸ ਵੀ ਅਪਾਇੰਟ ਕਰ ਰਹੇ ਨੇ। ਤੁਹਾਡੀ ਆਰਗੇਨਾਈਜੇਸ਼ਨ ਬਣ ਰਹੀ ਹੈ। ਤੁਹਾਡੀ ਆਰਗੇਨਾਈਜੇਸ਼ਨ ਦੇ ਵਿੱਚ ਹਰ ਮਹੀਨੇ ਜਿੰਨੇ ਦੇ ਪ੍ਰੋਡਕਟ ਜਾਂਦੇ ਆ ਉਹਦੇ ਹਿਸਾਬ ਨਾਲ ਤੁਹਾਨੂੰ ਕਮਿਸ਼ਨ ਮਿਲ ਜਾਂਦੀ। ਬੜਾ ਸਿੰਪਲ ਜਿਹਾ ਦਿਖਦਾ ਹੈ ਬਿਜ਼ਨਸ ਹੈ, ਔਰ ਹੈ ਵੀ ਬੜਾ ਸਿੰਪਲ, ਲੇਕਿਨ ਲੱਖਾਂ ਰੁਪਏ ਕਮਾ ਸਕਦੇ ਹੋ ਤੁਸੀਂ, ਕਰੋੜਾਂ ਦੀ ਟਰਨਓਵਰ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਇਹ ਤਾਂ ਜਾਣਦੇ ਹੋ ਕਿ ਤੁਸੀਂ ਕਿਹਨੂੰ ਜਾਣਦੇ ਹੋ, ਤੁਹਾਨੂੰ ਇਹ ਕੀ ਪਤਾ ਕਿ ਉਹ ਕਿਹਨੂੰ ਜਾਣਦਾ ਔਰ ਉਹ ਕਿਹਨੂੰ ਜਾਣਦਾ। ਮੈਨੂੰ ਪਤਾ ਨਹੀਂ ਲੱਗਿਆ ਕਿ ਕਿਵੇਂ ਕਿਵੇਂ ਇਹ ਪੂਰੇ ਇੰਡੀਆ ਦੇ ਵਿੱਚ ਫੈਲ ਗਿਆ ਔਰ ਇਹੋ ਜਿਹੀਆਂ ਸਟੇਟਾਂ ਦੇ ਵਿੱਚ ਇਹ ਬਿਜ਼ਨਸ ਚਲਾ ਗਿਆ ਜਿੱਥੇ ਮੈਂ ਨਹੀਂ ਗਿਆ ਅੱਜ ਤੱਕ, ਪਰ ਮੇਰਾ ਬਿਜ਼ਨਸ ਹੈ। ਉਹਨਾਂ ਦੀ ਭਾਸ਼ਾ ਮੈਂ ਨਹੀਂ ਸਮਝਦਾ, ਮੇਰੀ ਭਾਸ਼ਾ ਉਹ ਨਹੀਂ ਸਮਝਦੇ, ਬਟ ਉਹ ਪ੍ਰੋਡਕਟ ਵਰਤਦੇ ਨੇ। ਜਦੋਂ ਪ੍ਰੋਡਕਟ ਵਰਤਦੇ ਮੈਨੂੰ ਪੈਸਾ ਆਉਂਦਾ, ਨਾਲੇ ਉਹ ਆਪਣੇ ਵਾਸਤੇ, ਮੇਰੇ ਵਾਸਤੇ ਨਹੀਂ, ਆਪਣੇ ਵਾਸਤੇ ਆਪਣੇ ਬਿਜ਼ਨਸ ਨੂੰ ਅੱਗੇ ਫੈਲਾਉਂਦੇ ਆ, ਸਾਨੂੰ ਪੈਸਾ ਆਈ ਜਾਂਦਾ। ਵੰਡਰਫੁਲ ਕਨਸੈਪਟ ਹੈ ਦੋਸਤੋ। ਔਰ ਅੱਜ ਦੀ ਤਰੀਕ ਦੇ ਵਿੱਚ ਮੈਂ ਤੁਹਾਨੂੰ ਗੱਲ ਕਰਾਂ, ਜਿਵੇਂ ਕਿ ਲਾਕਡਾਊਨ ਹੋਇਆ ਦੁਨੀਆ ਦੇ ਵਿੱਚ ਕੋਈ ਕੰਮ ਨਹੀਂ ਚੱਲ ਰਿਹਾ। ਅਗਰ ਕੋਈ ਕੰਮ ਚੱਲ ਰਿਹਾ ਹੈਗਾ ਤਾਂ ਸਾਡਾ ਨੈਟਵਰਕ ਮਾਰਕੀਟਿੰਗ ਬਿਜ਼ਨਸ, ਐਮਵੇ ਬਿਜ਼ਨਸ ਚੱਲ ਰਿਹਾ ਦੋਸਤੋ। ਸੋ ਬਹੁਤ ਜ਼ਬਰਦਸਤ ਅਪੋਰਚੁਨਿਟੀ। ਔਰ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਾਂ, ਐਮਵੇ ਦੇ ਨਾਲ ਸਾਡੇ ਬ੍ਰਿਟ ਵਰਲਡ ਵਾਈਡ ਐਜੂਕੇਸ਼ਨਲ ਸਿਸਟਮ ਜੁੜਿਆ ਹੋਇਆ ਹੈ। ਘਬਰਾਉਣ ਦੀ ਲੋੜ ਨਹੀਂ। ਪਤਾ ਕਹਿੰਦਾ ਮੈਨੂੰ ਕੋਈ ਸਮਝ ਨਹੀਂ ਆਉਂਦਾ, ਕੋਈ ਗੱਲ ਨਹੀਂ, ਤੁਹਾਡੇ ਨਾਲ ਬ੍ਰਿਟ ਵਰਲਡ ਵਾਈਡ ਸਿਸਟਮ ਹੈ, ਤੁਹਾਡੇ ਨਾਲ ਤੁਹਾਡੀਆਂ ਅਪਲਾਈਨਾਂ ਨੇ ਜਿਨ੍ਹਾਂ ਨੇ ਤੁਹਾਨੂੰ ਜੁਆਇਨ ਕਰਾਇਆ। ਉਹਦੇ ਉੱਪਰ ਜਾ ਕੇ ਦੇਖੋ ਤਾਂ ਸਕਸੈਸਫੁਲ ਬੰਦੇ ਨੇ, ਲੱਖਾਂ ਰੁਪਏ ਕਮਾਉਣ ਵਾਲੇ ਨੇ, ਸਾਡੇ ਵਰਗੇ ਨੇ ਜਿਨ੍ਹਾਂ ਨੇ ਨੌਕਰੀਆਂ ਛੱਡਦੀਆਂ।
ਅਸੀਂ ਤੁਹਾਨੂੰ ਫਿਜ਼ੀਕਲੀ ਗਾਈਡ ਕਰਾਂਗੇ ਕਿ ਕਿਵੇਂ ਇਹ ਬਿਜ਼ਨਸ ਅੱਗੇ ਵਧੇਗਾ। ਬ੍ਰਿਟ ਵਰਲਡਵਾਈਡ ਸਾਨੂੰ ਐਜੂਕੇਟ ਕਰਦਾ ਹੈ, ਚੰਗੀਆਂ ਚੰਗੀਆਂ ਕਿਤਾਬਾਂ ਦਿੰਦਾ ਪੜ੍ਹਨ ਲਈ, ਸੀਡੀਜ਼ ਹੁੰਦੀਆਂ ਨੇ, ਸਾਡਾ ਡਿਜੀਟਲ ਸੀਡੀਜ਼ ਨੇ, ਤੁਹਾਡੇ ਘਰੇ ਸੀਡੀਜ਼ ਪਹੁੰਚ ਜਾਂਦੀਆਂ ਨੇ, ਸਾਡੇ ਪ੍ਰੋਗਰਾਮਸ ਹੁੰਦੇ ਹੈਗੇ ਆ, ਸਾਡੀ ਸਬਸਕ੍ਰਿਪਸ਼ਨਸ ਹੁੰਦੀਆਂ ਨੇ ਬ੍ਰਿਟ ਵਰਲਡਵਾਈਡ ਦੀਆਂ, ਸਾਡੇ ਬੜੀ ਬੜੀ ਮੀਟਿੰਗ ਸੈਮੀਨਾਰਸ ਹੁੰਦੇ, ਅਸੀਂ ਬ੍ਰਿਜ ਕਨੈਕਟ ਦੇ ਉੱਪਰ ਮੀਟਿੰਗਸ ਕਰਦੇ ਹੈਗੇ ਆ, ਤੁਸੀਂ ਘਰੇ ਬੈਠੇ ਬੈਠੇ ਸਾਡੀਆਂ ਮੀਟਿੰਗਸ ਅਟੈਂਡ ਕਰ ਸਕਦੇ ਹੈਗੇ ਹੋ। ਔਰ ਜਦੋਂ ਲਾਕਡਾਊਨ ਖੁੱਲੇਗਾ ਤਾਂ ਅਸੀਂ ਬੜੇ ਬੜੇ ਮੀਟਿੰਗਸ ਕਰਦੇ ਹਾਂ, ਅਸੀਂ ਸਟੇਡੀਅਮ ਬੁੱਕ ਕਰਕੇ ਬੜੇ ਬੜੇ ਸੈਮੀਨਾਰ ਕਰਦਾ ਬ੍ਰਿਟ ਵਰਲਡਵਾਈਡ। ਤਾਂ ਐਮਵੇ ਐਂਡ ਬ੍ਰਿਟ ਵਰਲਡਵਾਈਡ ਦੋਨਾਂ ਦਾ ਕੰਬੀਨੇਸ਼ਨ ਬੱਲੇ ਬੱਲੇ, ਅਸੀਂ ਬਿਜ਼ਨਸ ਨੂੰ ਕਿੰਨਾ ਮਰਜ਼ੀ ਫੈਲਾ ਸਕਦੇ ਹੈਗੇ। ਬ੍ਰਿਟ ਵਰਲਡਵਾਈਡ ਨੇ ਬਕਾਇਦਾ ਇੱਕ ਸਿਲੇਬਸ ਦਿੱਤਾ ਹੋਇਆ ਹੈ, ਬਕਾਇਦਾ ਇੱਕ ਕਿਉਰੀਕੁਲਮ ਹੈ ਉਹਦਾ, ਉਹਨੂੰ ਫੋਲੋ ਕਰੋ, ਸਕਸੈਸ 100% ਹੈ। ਕਿਤਾਬਾਂ ਨੇ ਸਾਡੀਆਂ, 10-15 ਮਿੰਟ ਕਿਤਾਬ ਪੜ੍ਹਨ ਦੀ ਆਦਤ ਪਾਓ ਤਾਂ ਕਿ ਤੁਹਾਨੂੰ ਥੋੜੀ ਪਰਸਨੈਲਿਟੀ ਥੋੜੀ ਡਿਵੈਲਪ ਹੋਵੇ, ਤੁਹਾਨੂੰ ਥੋੜਾ ਗਿਆਨ ਹੋਵੇ ਕਿਵੇਂ ਲੋਕਾਂ ਨਾਲ ਗੱਲ ਕਰਨੀ ਹੈ ਤੇ ਕਿਵੇਂ ਸਾਰਾ ਕੁਝ ਹੁੰਦਾ, ਜ਼ਿੰਦਗੀ ਕਿਵੇਂ ਚੱਲਦੀ ਹੈ। ਉਸ ਤੋਂ ਬਾਅਦ ਸੀਡੀਜ਼ ਨੇ ਸਾਡੀਆਂ, ਜਿਹੜੇ ਬੰਦੇ ਇਸ ਬਿਜ਼ਨਸ ਦੇ ਵਿੱਚ ਕਾਮਯਾਬ ਹੈ ਉਹ ਤੁਹਾਨੂੰ ਗਾਈਡ ਕਰਦੇ ਆ। ਉਸ ਤੋਂ ਬਾਅਦ ਸਾਡੀਆਂ ਮੀਟਿੰਗ ਸੈਮੀਨਾਰਸ ਨੇ, ਉਹ ਅਟੈਂਡ ਕਰੋ। ਤੁਸੀਂ ਨਵੇਂ ਹੈਗੇ ਹੋ, ਸਾਡਾ ਪਲਾਨ ਹੁੰਦੇ ਆ, ਤੁਸੀਂ ਮਤਲਬ ਘਰੇ ਬੈਠੇ ਬੈਠੇ ਜਾਂ ਫਿਰ ਜਿਹੜੀਆਂ ਫਿਜ਼ੀਕਲ ਮੀਟਿੰਗਸ ਹੋਣਗੀਆਂ ਜਦੋਂ ਤੁਸੀਂ ਜਾਓ, ਆਪਣਾ ਪਲਾਨ ਅਟੈਂਡ ਕਰੋ, ਆਪਣੇ ਨਾਲ ਨਵੇਂ ਲੋਕਾਂ ਨੂੰ ਲੈ ਕੇ ਜਾਓ, ਉਹ ਵੀ ਪਲਾਨ ਦੇਖਣਗੇ। ਤਾਂ ਬੁੱਕਸ, ਸੀਡੀਜ਼ ਤੇ ਮੀਟਿੰਗਸ ਇਹ ਤੁਹਾਨੂੰ ਮੋਟੀਵੇਟ ਵੀ ਕਰਕੇ ਰੱਖਦੀਆਂ ਨੇ ਔਰ ਨਾਲ ਐਜੂਕੇਟ ਵੀ ਕਰਦੀਆਂ ਨੇ। ਫਿਰ ਵੋਲਿਊਮ ਵਧਾਉਣ ਲਈ ਸਾਡੇ ਕੋਲੇ ਕੀ ਹੈਗਾ, ਤੁਸੀਂ 100% ਪ੍ਰੋਡਕਟ ਯੂਜ਼ ਕਰੋ, ਖੁਦ ਵਰਤੋ। ਲੱਡੂ ਮਿੱਠਾ ਮਿੱਠਾ ਕਿਵੇਂ ਪਤਾ ਲੱਗੂ, ਖਾ ਲਓ, ਖਾ ਕੇ ਹੀ ਪਤਾ ਲੱਗੂ। ਜਿੰਨਾ ਮਰਜ਼ੀ ਮੈਂ ਕਹੀ ਜਾਵਾਂ ਕਿ ਇਹਦੇ ਵਿੱਚ ਇੰਨੀ ਚੀਨੀ ਪਾਈ ਫਲਾਣਾ ਧਮਕਾ, ਖਾ ਕੇ ਹੀ ਪਤਾ ਲੱਗਣਾ ਹੈ। ਨਹੀਂ ਵਧੀਆ ਲੱਗਿਆ 100% ਮਨੀ ਬੈਕ ਗਰੰਟੀ ਹੈ, ਸਮਾਨ ਵਾਪਸ ਕਰੋ, ਪੈਸੇ ਵਾਪਸ ਲੈ ਲਓ। ਵਧੀਆ ਲੱਗਾ ਅੱਗੇ ਫੈਲਾਵਾਂਗੇ। 100% ਪ੍ਰੋਡਕਟ ਯੂਜ਼ ਕਰੋ। ਹੁਣ ਤੁਸੀਂ ਆਪਣੇ ਹੀ ਦੁਕਾਨ ਦੇ ਚੰਗੇ ਗ੍ਰਾਹਕ ਬਣ ਗਏ, ਤੁਸੀਂ ਆਪਣੀ ਹੀ ਦੁਕਾਨ ਦੇ ਚੰਗੇ ਗ੍ਰਾਹਕ ਬਣ ਗਏ। ਹੁਣ ਤੁਹਾਨੂੰ ਕੀ ਹੋ ਰਿਹਾ ਕਿ ਪਹਿਲਾਂ ਬਾਜ਼ਾਰ ਜਾ ਕੇ ਸਮਾਨ ਖਰੀਦ ਕੇ ਲੈ ਕੇ ਆਉਂਦੇ ਸੀ, ਕੱਖ ਨਹੀਂ ਮਿਲਦਾ ਸੀ। ਹੁਣ ਤੁਸੀਂ ਜਦੋਂ ਐਮਵੇ ਤੋਂ ਸਮਾਨ ਖਰੀਦੋਗੇ ਤੁਹਾਨੂੰ ਪੁਆਇੰਟਸ ਮਿਲਣਗੇ, ਪੁਆਇੰਟਾਂ ਤੇ ਪੈਸੇ ਮਿਲਣਗੇ, ਮਤਲਬ ਸਮਾਨ ਵਰਤਣ ਦੇ ਪੈਸੇ ਬਣਨਗੇ। ਸਵੇਰੇ ਨਹਾ ਰਹੇ ਹੋਗੇ ਪੈਸੇ ਬਣਨਗੇ ਤੁਹਾਡੇ, ਬ੍ਰਸ਼ ਕਰ ਰਹੇ ਹੋਗੇ ਪੈਸੇ ਬਣਨਗੇ। ਥੋੜਾ ਜਿਹਾ ਕਨਸੈਪਟ ਸਮਝਣ ਦੀ ਲੋੜ ਹੈ ਇਹਦੀ। 100% ਪ੍ਰੋਡਕਟ ਯੂਜ਼ ਕਰੋ। ਜਦੋਂ ਪ੍ਰੋਡਕਟ ਯੂਜ਼ ਕਰਦੇ ਹੋ ਫੇਥ ਹੁੰਦਾ, ਉਹ ਫੇਥ ਦੇ ਨਾਲ ਲੋਕਾਂ ਨਾਲ ਗੱਲ ਕਰਦੇ ਹੋ, ਸਮਾਨ ਵਿਕਣਾ ਸ਼ੁਰੂ ਹੋ ਜਾਂਦਾ, ਰਿਟੇਲ ਹੋਣਾ ਸ਼ੁਰੂ ਹੋ ਗਿਆ, ਤੁਹਾਡੇ ਕੀ ਹੋਇਆ, ਵੋਲਿਊਮ ਵਧਣਾ ਸ਼ੁਰੂ ਹੋ ਗਿਆ। ਅਗਲਾ ਸਟੈਪ ਕੀ ਹੈਗਾ, ਨੈਟਵਰਕਿੰਗ। ਲੋਕਾਂ ਨੂੰ ਇਹ ਬਿਜ਼ਨਸ ਦੇ ਵਿੱਚ ਪਲਾਨ ਦਿਖਾਓ। ਪਲਾਨ ਕਿਵੇਂ ਦਿਖਾਉਣਾ ਇਹਦੀ ਮੈਂ ਅੱਜ ਜਾਣਕਾਰੀ ਦਊਂਗਾ ਤੁਹਾਨੂੰ ਅਗਲੇ ਭਾਗ ਦੇ ਵਿੱਚ, ਕਿ ਪਲਾਨ ਜਿਹੜਾ ਹੁੰਦਾ ਹੈ ਨਾ, ਜੋ ਸਭ ਤੋਂ ਜ਼ਿਆਦਾ ਸਾਡਾ ਇੰਪੋਰਟੈਂਟ ਹੈ, ਉਹ STP ਹੈ, ਸ਼ੋ ਦਾ ਪਲਾਨ। ਉਹ ਪਲਾਨ ਕਿਵੇਂ ਦਿਖਾਉਣਾ ਹੈ ਉਹਦੇ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰਾਂਗੇ। ਪਲਾਨ ਦਿਖਾਓ, ਪਲਾਨ ਦਿਖਾਓਗੇ ਬੰਦੇ ਆ ਜਾਣਗੇ ਤੁਹਾਡੇ। ਹੁਣ ਤੁਸੀਂ ਦੇਖੋ, ਮੈਂ 6 ਚੀਜ਼ਾਂ ਦੱਸੀਆਂ ਤੁਹਾਨੂੰ, ਬੁੱਕਸ, ਸੀਡੀਜ਼ ਤੇ ਮੀਟਿੰਗਸ, ਤੁਹਾਡੇ ਆਪਣੇ ਵਾਸਤੇ, ਤੁਹਾਡੀ ਗਰੋਥ ਵਾਸਤੇ, ਪਰਸਨਲ ਇੰਟਰਨਲ ਗਰੋਥ ਵਾਸਤੇ ਤੁਹਾਡੀ, ਹੈ ਨਾ। ਔਰ ਉਸ ਤੋਂ ਬਾਅਦ ਕੀ ਹੈਗਾ, 100% ਪ੍ਰੋਡਕਟ ਯੂਜ਼, ਸਮਾਨ ਵਰਤੋ, ਵੇਚੋ, ਰਿਟੇਲ ਕਸਟਮਰਸ ਹੋਣੇ ਚਾਹੀਦੇ ਹੈ। STP, ਸ਼ੋ ਦਾ ਪਲਾਨ, ਲੋਕਾਂ ਨੂੰ ਪਲਾਨ ਦਿਖਾਓ। ਇਹ 3 ਚੀਜ਼ਾਂ ਨਾਲ ਕੀ ਹੋਊ, ਤੁਹਾਡਾ ਬਿਜ਼ਨਸ ਵੋਲਿਊਮ, ਸੇਲ ਵੋਲਿਊਮ ਵਧੇਗਾ, ਜਿਹਦੇ ਨਾਲ ਪੈਸੇ ਆਉਣੇ, ਪੁਆਇੰਟ ਵਧਣਗੇ। ਔਰ ਅਗਲੇ ਜਿਹੜੀਆਂ 3 ਚੀਜ਼ਾਂ ਨੇ ਉਹ ਕਰੈਕਟਰ ਨਾਲ ਸੰਬੰਧਿਤ ਨੇ। ਅਕਾਊਂਟੇਬਿਲਿਟੀ, ਅਕਾਊਂਟੇਬਿਲਿਟੀ ਦਾ ਮਤਲਬ ਹੈ ਜਵਾਬਦੇਹੀ, ਜ਼ਿੰਮੇਵਾਰ ਵਿਅਕਤੀ ਬਣਨਾ, ਹੈ ਨਾ। ਉਸ ਤੋਂ ਬਾਅਦ ਟੀਚੇਬਿਲਿਟੀ, ਟੀਚੇਬਿਲਿਟੀ ਦਾ ਮਤਲਬ ਸਿੱਖਣ ਲਈ ਤਿਆਰ ਰਹਿਣਾ। ਮੈਂ ਅਕਸਰ ਦੇਖਿਆ ਕਿ ਇਸ ਬਿਜ਼ਨਸ ਦੇ ਵਿੱਚ ਉਹ ਬੰਦਾ ਮੱਲਾ ਮਾਰ ਜਾਂਦਾ ਹੈ ਜਿਹੜਾ ਵਿਲਿੰਗ ਟੂ ਲਿਸਨ ਐਂਡ ਲਰਨ ਹੁੰਦਾ ਹੈ, ਜਿਹੜਾ ਸਿੱਖਣ ਲਈ ਤਿਆਰ ਹੁੰਦਾ ਹੈ, ਸੁਣਨ ਲਈ ਤਿਆਰ ਹੁੰਦਾ ਹੈ ਨਾ। ਤੁਸੀਂ ਹੋਵੋਗੇ, ਮੈਂ ਹੁਣ ਪਹਿਲਾਂ ਇੰਜੀਨੀਅਰ ਸੀਗਾ, ਸੈਂਟਰਲ ਗਵਰਨਮੈਂਟ 'ਚ ਜੌਬ ਕਰਦਾ, ਮੈਂ ਕਹਾਂ ਮੈਨੂੰ ਸਭ ਪਤਾ ਹੈ। ਜਿਹੜਾ ਸਭ ਪਤਾ ਹੈ ਉਹ ਤਾਂ ਕਦੇ ਗਰੋ ਕਰ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਉਹਨੂੰ ਸਭ ਪਤਾ ਹੈ। ਉਹ ਨਵੀਂ ਚੀਜ਼ ਨਹੀਂ ਸਿੱਖਣਾ ਚਾਹੁੰਦਾ, ਨਵੀਂ ਚੀਜ਼ ਸਿੱਖਣਾ ਨਹੀਂ ਚਾਹੁੰਦਾ, ਤਾਂ ਗਰੋ ਕਿਵੇਂ ਕਰੂਗਾ? ਟੀਚੇਬਿਲਿਟੀ। ਔਰ ਉਸ ਤੋਂ ਬਾਅਦ ਹੁੰਦਾ ਹੈ ਕਮਿਊਨੀਕੇਸ਼ਨ, 9ਵਾਂ ਸਟੈਪ। ਕਮਿਊਨੀਕੇਸ਼ਨ ਦਾ ਮਤਲਬ ਹੈਗਾ ਕਿ ਆਪਾਂ ਅੱਜ ਕੱਲ੍ਹ ਕਮਿਊਨੀਕੇਸ਼ਨ ਦਾ ਜ਼ਮਾਨਾ, ਯਾਰ ਮੈਂ ਵੀ ਤਾਂ ਤੁਹਾਡੇ ਨਾਲ ਕਮਿਊਨੀਕੇਟ ਹੀ ਕਰ ਰਿਹਾ। ਕਮਿਊਨੀਕੇਸ਼ਨ ਇਜ਼ ਮਸਟ, ਹੈ ਨਾ। ਤਾਂ ਇਹ 9 ਸਟੈਪ ਨੇ, ਬੁੱਕਸ, ਸੀਡੀਜ਼, ਮੀਟਿੰਗਸ, 100% ਪ੍ਰੋਡਕਟ ਯੂਜ਼, ਰਿਟੇਲ ਕਸਟਮਰਸ ਐਂਡ ਸ਼ੋ ਦਾ ਪਲਾਨ। ਉਸ ਤੋਂ ਬਾਅਦ ਅਕਾਊਂਟੇਬਿਲਿਟੀ, ਟੀਚੇਬਿਲਿਟੀ ਐਂਡ ਕਮਿਊਨੀਕੇਸ਼ਨ। ਇਹ 9 ਕੋਰ ਸਟੈਪਸ ਨੇ ਸਾਡੇ। ਜਿਹੜਾ ਬੰਦਾ ਇਹ 9 ਸਟੈਪ ਕਰਦਾ ਰਹਿੰਦਾ ਉਹਦੀ ਸਕਸੈਸ ਦਾ ਰੇਟ ਪਤਾ ਕਿੰਨਾ? 100%। ਬਟ ਇਹ ਮੋਨੀਟਰ ਤੁਸੀਂ ਆਪਣੇ ਆਪ ਕਰਨਾ, ਤੁਹਾਡਾ ਬੌਸ ਕੋਈ ਨਹੀਂ ਇੱਥੇ। ਅਕਸਰ ਲੋਕੀ ਜਿਹੜੇ ਡਰਦੇ ਨੇ ਨਾ, ਉਹ ਜਾਂ ਤਾਂ ਡਰਦੇ ਹੈਗੇ ਆ ਕਿ ਉਹਨਾਂ ਦਾ ਪੈਸਾ ਲੱਗਿਆ ਹੋਵੇ, ਇਨਵੈਸਟਮੈਂਟ ਹੋਈ ਹੋਵੇ, ਜਾਂ ਉਹ ਡਰਦੇ ਹੈਗੇ ਆ ਜੇ ਉਹਨਾਂ ਦਾ ਕੋਈ ਬੌਸ ਹੋਵੇ। ਹੁਣ ਇਸ ਬਿਜ਼ਨਸ ਦੇ ਵਿੱਚ ਨਾ ਤਾਂ ਤੁਹਾਡਾ ਕੋਈ ਬੌਸ ਹੈ ਔਰ ਨਾ ਹੀ ਤੁਹਾਡੇ ਕੋਈ ਇਨਵੈਸਟਮੈਂਟ ਹੋਈ ਹੈ ਨਾ, ਇਹ ਤਾਂ ਫ੍ਰੀ ਆਫ ਕਾਸਟ ਜੁਆਇਨ ਹੁੰਦਾ ਬਿਜ਼ਨਸ ਹੈ। ਤਾਂ ਫਿਰ ਤੁਹਾਡਾ ਡਰ ਤਾਂ ਮੁੱਕ ਗਿਆ। ਇਹ ਨਾ ਜਰਾ ਡ੍ਰੀਮ ਬੇਸਡ ਬਿਜ਼ਨਸ ਹੈ। ਜਿਹੜੇ ਬੰਦੇ ਦਾ ਸੁਪਨਾ ਹੋਊ, ਐਂਬੀਸ਼ੀਅਸ ਹੋਊ, ਜੋ ਅਗਾਂਹ ਵਧੂ ਸੋਚ ਹੋਊ, ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦਾ ਹੋਊ, ਉਹ ਤਾਂ ਆ ਜਾਏਗਾ, ਉਹ ਤਾਂ ਕਰਦਾ ਰਹੇਗਾ, ਬਾਕੀਆਂ ਦਾ ਨਹੀਂ ਪਤਾ। ਤਾਂ ਦੋਸਤੋ, ਇਹ ਸਾਰਾ ਬਿਜ਼ਨਸ ਦਾ ਕਿਉਰੀਕੁਲਮ ਜੋ ਹੈ ਉਹਦੇ ਵਿੱਚ 3 ਚੀਜ਼ਾਂ ਹੁੰਦੀਆਂ ਨੇ, 4 ਬੇਸਿਕ ਸਟੈਪ ਕਹਿੰਦੇ ਆ। ਲੋਕਾਂ ਦੀ ਲਿਸਟ ਕਿਵੇਂ ਬਣਾਉਣੀ ਹੈ ਅਸੀਂ ਸਿਖਾਵਾਂਗੇ ਤੁਹਾਨੂੰ। ਉਹਦੇ ਨਾਲ ਗੱਲਬਾਤ ਕਿਵੇਂ ਕਰਨੀ ਹੈ, ਕੰਟੈਕਟ ਕਿਵੇਂ ਕਰਨਾ ਹੈ, ਉਹਨਾਂ ਨੂੰ ਇਨਵਾਈਟ ਕਿਵੇਂ ਕਰਨਾ ਮੀਟਿੰਗ ਦੇਖਣ ਲਈ, ਅਸੀਂ ਸਮਝਾਵਾਂਗੇ। ਉਸ ਤੋਂ ਬਾਅਦ ਉਹਨੂੰ ਪਲਾਨ ਕਿਵੇਂ ਦਿਖਾਉਣਾ ਹੈ, ਇਹ ਵੀ ਅਸੀਂ ਦੱਸਾਂਗੇ। ਫਿਰ ਫੋਲੋ ਅਪ ਕਿਵੇਂ ਕਰਨਾ ਹੈ, ਇਹ ਵੀ ਅਸੀਂ ਦੱਸਾਂਗੇ। 4 ਸਟੈਪ ਨੇ ਇਹਦੇ, ਲਿਸਟ ਬਿਲਡਿੰਗ,
contacting and inviting, then show the plan and then follow up। ਔਰ ਉਸ ਤੋਂ ਬਾਅਦ ਇਹ 9 ਕੋਰ ਸਟੈਪਸ ਮੈਂ ਤੁਹਾਨੂੰ ਦੱਸ ਚੁੱਕਿਆ ਹੈਗਾ। ਇਹ 9 ਸਟੈਪ ਤੁਹਾਡੀ ਆਪਣੀ ਪਰਸਨੈਲਿਟੀ ਨੂੰ, ਇਹ ਹੈਬਿਟਸ ਨੇ ਇੱਕ ਤਰੀਕੇ ਦੀਆਂ ਆਦਤਾਂ ਬਣਨੀਆਂ ਔਰ ਕਾਰਡੀਨਲ ਰੂਲਸ ਵੀ ਨੇ ਸਾਡੇ ਜੋ ਕੰਮ ਨਹੀਂ ਕਰਨੇ। ਕਦੇ ਵੀ ਇਹ ਬਿਜ਼ਨਸ ਦੇ ਵਿੱਚ ਆ ਕੇ ਅਗਰ ਤੁਸੀਂ ਕੁਝ ਨਵਾਂ ਕਰਨਾ ਚਾਹੁੰਦੇ ਹੋ ਪਹਿਲਾਂ ਅਪਲਾਈਨ ਨੂੰ ਪੁੱਛ ਲਓ। ਸਮਾਂ ਬਚਦਾ, ਪੈਸੇ ਬਚਦੇ ਨੇ, ਮਿਹਨਤ ਬਚਦੀ ਹੈ, ਅਕਲਬੰਦੀ ਹੈ ਇਹਦੇ 'ਚ। ਕੋਈ ਵੀ ਗੱਲ ਅਗਰ ਨੈਗੇਟਿਵ ਲੱਗਦੀ ਹੈ ਇਸ ਬਿਜ਼ਨਸ ਦੇ ਵਿੱਚ ਤਾਂ ਜਿਹਨੂੰ ਤੁਸੀਂ ਜੁਆਇਨ ਕਰਾਇਆ, ਜਿਹਨੂੰ ਅਸੀਂ ਡਾਊਨਲਾਈਨ ਕਹਿੰਦੇ ਆ, ਉਹਦੇ ਕੋਲ ਜਾਣ ਦੀ ਲੋੜ ਨਹੀਂ। ਅਪਲਾਈਨ ਕੋਲੇ ਜਾਓ, ਕੋਈ ਨੈਗੇਟਿਵ ਹੈ ਤਾਂ, ਨਹੀਂ ਤਾਂ ਆਪਣੇ ਪੈਰ ਤੇ ਕਹਾੜੀ ਮਾਰ ਲਓਗੇ। ਨਵੇਂ ਬੰਦੇ ਨੂੰ ਤਾਂ ਆਪ ਹਲੇ ਵਿਚਾਰੇ ਦਾ ਕੌਨਫੀਡੈਂਸ ਘੱਟ ਹੈ, ਤੁਸੀਂ ਉਹਨੂੰ ਹੋਰ ਨੈਗੇਟਿਵ ਦੇ ਜਾਂਦੇ ਹੋ। ਕ੍ਰਾਸ ਲਾਈਨ, ਕੁਝ ਹੋਰ ਬੰਦੇ ਵੀ ਜੁਆਇਨ ਕਰਾਏ ਨੇ ਤੁਹਾਡੇ ਅਪਲਾਈਨ ਨੇ, ਤੁਹਾਡੇ ਕ੍ਰਾਸ ਲਾਈਨ ਚਾਹੁੰਦੇ ਆ, ਉਹਨਾਂ ਨਾਲ ਕੋਈ ਗੱਲਬਾਤ ਕਰਨ ਦੀ ਲੋੜ ਨਹੀਂ। ਉਹਨੂੰ ਤੁਹਾਡੇ ਬਿਜ਼ਨਸ ਨਾਲ ਮਤਲਬ ਨਹੀਂ, ਤੁਹਾਨੂੰ ਉਹਦੇ ਬਿਜ਼ਨਸ ਨਾਲ ਮਤਲਬ ਨਹੀਂ। ਔਰ ਸਾਡਾ ਲਾਸਟ ਦੇ ਵਿੱਚ ਕਾਰਡੀਨਲ ਰੂਲ ਹੈ ਕਿ ਕਦੇ ਪੈਸੇ ਦੀ ਹੇਰਾਫੇਰੀ ਨਹੀਂ ਕਰਨੀ, ਬਿਜ਼ਨਸ ਨਹੀਂ ਚੱਲਣਾ। ਪੈਸੇ ਦਾ ਆਧਾਰ ਉਦੂਰ ਫੇਰ ਨਹੀਂ ਚੱਲਦਾ ਇਹ ਕੰਮ। ਨਾ ਕਦੇ ਮੈਸਅਪ ਕਰਨਾ ਕਿਸੇ ਦੀ ਸਪਾਊਸ ਨਾਲ। ਬੰਦੇ ਨੇ ਬੰਦੇ ਨਾਲ ਗੱਲ, ਜਨਾਨੀ ਨੇ ਜਨਾਨੀ ਨਾਲ ਗੱਲ, ਕੋਈ ਗੱਲ ਨਹੀਂ, ਬੰਦਾ ਜਨਾਨੀ ਨਾਲ ਗੱਲ ਕਰੇ, ਜਨਾਨੀ ਬੰਦੇ ਨਾਲ ਗੱਲ ਕਰੇ, ਪਰ ਮੈਸਅਪ ਨਹੀਂ ਕਰਨਾ ਕਦੇ। ਕਰੈਕਟਰ ਦੇ ਹਾਈ ਰਹਿਣਾ ਔਰ ਈਗੋ ਕਿਸੇ ਦੀ ਨਹੀਂ ਹਟ ਕਰਨੀ। ਹਰ ਬੰਦੇ ਦੀ ਇੱਕ ਸੈਲਫ ਰਿਸਪੈਕਟ ਹੈ, ਹਰ ਬੰਦਾ ਆਪਣੀ ਇੱਜ਼ਤ ਰੱਖਦਾ ਹੈ, ਈਗੋ ਨਹੀਂ ਹਟ ਕਰਨੀ। ਇਹ ਰੂਲਸ ਨੇ ਸਾਡੇ। ਤਾਂ ਦੋਸਤੋ ਇੰਨਾ ਕੀ ਕਰਿਕੂਲਮ ਹੈ, ਅਗਰ ਤੁਸੀਂ ਫੋਲੋ ਕਰ ਸਕੋ ਤਾਂ ਇਸ ਬਿਜ਼ਨਸ ਦੇ ਵਿੱਚ ਮੱਲਾ ਮਾਰ ਸਕਦੇ ਹੋ ਦੋਸਤੋ। ਅਗਲੇ ਪਾਰਟ ਦੇ ਵਿੱਚ ਫੇਰ ਆਵਾਂਗੇ, ਥੋੜੀ ਜਿਹੀ ਗੱਲ ਕਰਾਂਗੇ ਕਿ ਕਿਵੇਂ ਇਸ ਬਿਜ਼ਨਸ ਦੇ ਵਿੱਚ ਪਲਾਨ ਨੂੰ ਵਧੀਆ ਤਰੀਕੇ ਨਾਲ ਦਿਖਾਇਆ ਜਾ ਸਕਦਾ ਹੈ ਔਰ ਪਲਾਨ ਨੂੰ ਦਿਖਾਉਣਾ ਕਿਵੇਂ ਚਾਹੀਦਾ ਹੈਗਾ। ਔਰ ਮਿਲਦੇ ਹੈਗੇ ਆ ਥੋੜੀ ਦੇਰ ਤੋਂ ਬਾਅਦ। ਗੋ ਡਾਇਮੰਡ। ਥੈਂਕ ਯੂ।